ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਜਿਵੇਂ ਕਿ ਥੰਬਨੇਲ ਤੁਸੀਂ ਸਭ ਨੇ ਦੇਖ ਹੀ ਲਿਆ ਹੋਣਾ ਵੀ ਅੱਜ ਆਪਾਂ ਗੱਲ ਕਰਨੀ ਆ ਐਂਸ਼ੀਅੰਟ ਹਿਸਟਰੀ ਦੀ। ਤਾਂ ਇਹਦੇ 'ਚੋਂ ਬੇਫਿਕਰ ਹੋ ਕੇ ਤੁਸੀਂ ਜਿੰਨੀਆਂ ਮੈਂ ਵੀਡੀਓਜ਼ ਤੁਹਾਨੂੰ ਕਰਵਾਊਂਗਾ, ਇੰਪੋਰਟੈਂਟ ਟੌਪਿਕ ਕਰਵਾਊਂਗਾ, ਤੁਹਾਨੂੰ ਇਹਦਾ ਕੁਐਸਚਨ ਤੁਹਾਡਾ ਬਾਹਰ ਨਹੀਂ ਜਾਊਗਾ। ਜਿਹੜੇ ਤਾਂ ਆਪਾਂ MCQ ਕਰਨੇ ਆ ਉਹ ਆਪਾਂ ਉਹੀ ਕਰਾਂਗੇ ਜਿਹੜੇ ਕਿਸੇ ਵੀ ਸਟੇਟ ਨੇ ਜਿਹੜਾ ਕਿ ਉਹਨਾਂ ਦਾ PCS ਹੁੰਦਾ ਤਾਂ ਉਹਦੇ 'ਚ ਪੁੱਛੇ ਹੋਏ ਕੁਐਸਚਨ ਨੇ, ਅਤੇ ਉਹਨਾਂ ਦੇ ਨਾਲ ਰਿਲੇਟਡ ਕੋਈ ਉਹਨਾਂ ਦੇ ਨਾਲ ਦਾ ਕੋਈ ਹੋਰ ਕੁਐਸਚਨ ਬਣ ਸਕਦਾ, ਜਿਹੜੇ ਵੀ ਉਹਦੇ ਨਾਲ ਦੇ ਇੰਪੋਰਟੈਂਟ ਫੈਕਟ ਹੋਣਗੇ ਆਪਾਂ ਉਹਨਾਂ ਨੂੰ ਦੇਖਾਂਗੇ। ਤਾਂ ਇਹਦੇ ਵਿੱਚ ਤੁਸੀਂ ਉਹੀ ਫੈਕਟ ਪੜ੍ਹੋਗੇ ਜਿਹੜੇ ਐਗਜ਼ਾਮ ਦੇ ਵਿੱਚ ਓਰੀਐਂਟਡ ਹੋਣਗੇ ਵੀ ਹਾਂ ਇਹਨਾਂ ਦੇ ਵਿੱਚੋਂ ਪੋਸੀਬਿਲਿਟੀ ਆ ਜ਼ਿਆਦਾ ਤੋਂ ਜ਼ਿਆਦਾ ਕੁਐਸਚਨਸ ਆਉਣ ਦੀ। ਓਕੇ, ਇਹ ਨਹੀਂ ਹੁੰਦਾ ਵੀ ਆਪਾਂ ਜ਼ਿਆਦਾ ਲੈਂਥੀ ਚੀਜ਼ਾਂ ਮਤਲਬ ਕਿ ਇੱਧਰ ਉੱਧਰ ਦਾ ਮਟੀਰੀਅਲ ਫੋਡਰ ਮਟੀਰੀਅਲ ਜਿਵੇਂ ਕਿ ਉਹਨੂੰ ਆਪਾਂ ਇਕੱਠਾ ਕਰੀ ਚੱਲੀਏ। ਤਾਂ ਇਹ ਵੀਡੀਓ ਤੁਹਾਡੇ ਲਈ ਆ, ਟੂ ਦਾ ਪੁਆਇੰਟ ਵੀਡੀਓ ਆ। ਤਾਂ ਜਿਹੜੇ ਚੈਨਲ ਦੇ ਉੱਤੇ ਨਵੇਂ ਨੇ ਦੈਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਦੇਖੋ, ਸਭ ਤੋਂ ਪਹਿਲਾਂ ਇੱਕ ਆਪਾਂ ਨਾਮ ਯਾਦ ਰੱਖਣਾ ਮੈਗਸਥਨੀਜ਼ ਦਾ। ਤਾਂ ਇਹ ਇੱਕ ਵੈਸੇ ਤੁਹਾਡਾ GK ਦੇ ਪੁਆਇੰਟ ਆਫ ਵਿਊ ਤੋਂ ਆ ਫੈਕਟ ਆ। ਇਹਨਾਂ ਨੂੰ ਇਹ ਫਸਟ ਪਰਸਨ ਸੀ ਡਿਸਕ੍ਰਾਈਬ ਐਂਸ਼ੀਅੰਟ ਇੰਡੀਆ ਐਂਡ ਫॉर ਰੀਜ਼ਨ ਇਹਦੇ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਦਾ ਫਾਦਰ ਆਫ ਦਾ ਇੰਡੀਅਨ ਹਿਸਟਰੀ। ਓਕੇ, ਤਾਂ ਇਹਨਾਂ ਨੇ ਇੰਡੀਆ ਪਹਿਲਾਂ ਨਾਮ ਤੋਂ ਹੀ ਪਤਾ ਲੱਗਦਾ ਵੀ ਆਪਣੇ ਇੰਡੀਅਨ ਤਾਂ ਹੈ ਨਹੀਂ, ਇਹ ਵਿਜ਼ਟਡ ਇੰਡੀਆ ਡਿਊਰਿੰਗ ਦਾ ਰੀਜ਼ਨ ਆਫ ਚੰਦਰਗੁਪਤ ਮੌਰੀਆ। ਚੰਦਰਗੁਪਤ ਮੌਰੀਆ ਦੇ ਬਾਰੇ ਆਪਾਂ ਕਾਫੀ ਅੱਜ ਗੱਲਾਂ ਕਰਨੀਆਂ ਨੇ, ਅਸ਼ੋਕਾ ਦੇ ਬਾਰੇ ਗੱਲਾਂ ਹੋਣਗੀਆਂ। ਤਾਂ ਚੰਦਰਗੁਪਤ ਮੌਰੀਆ ਦੇ ਸਮੇਂ ਦੇ ਉੱਤੇ ਇੰਡੀਆ ਨੂੰ ਵਿਜ਼ਿਟ ਕਰਨ ਵਾਲਾ ਮੈਗਸਥਨੀਜ਼ ਸੀਗਾ ਔਰ ਇਹਨਾਂ ਦੀ ਕੈਪੀਟਲ ਸੀਗੀ ਪਾਟਲੀ ਪੁੱਤਰ, ਜਿਹਨੂੰ ਇਹਨਾਂ ਨੇ ਵਿਜ਼ਿਟ ਕੀਤਾ ਸੀ। ਇਹਨੂੰ ਤੁਸੀਂ ਇੱਕ ਵਾਰ ਯਾਦ ਕਰ ਲਿਓ, ਇੱਕ ਦੋ ਵਾਰ ਰੀਡ ਕਰਿਓ, ਸਕਰੀਨਸ਼ਾਟ ਕਰ ਲਿਓ ਤਾਂ ਤੁਹਾਨੂੰ ਯਾਦ ਹੋ ਜਾਊਗਾ। ਦੇਖੋ, ਪਹਿਲਾ ਕੁਐਸਚਨ ਆਪਣਾ ਦੇਖੋ ਬੱਚੇ, ਜਿਹੜੇ ਕੁਐਸਚਨ ਨੇ ਇਹ ਤਾਂ ਉਹ ਕੁਐਸਚਨ ਨੇ ਜਿਹੜੇ ਆਲਰੇਡੀ ਐਗਜ਼ਾਮ ਦੇ ਵਿੱਚ ਪਹਿਲਾਂ ਤੋਂ ਆਏ ਹੋਏ ਨੇ। ਓਕੇ, ਤਾਂ ਜਿਹੜੇ ਇਹਦੇ ਨਾਲ ਦੇ ਫੈਕਟ ਹੋਣਗੇ ਜਿਹਨੂੰ ਲੈ ਕੇ ਅੱਗੇ ਹੋਰ ਕੁਐਸਚਨ ਬਣ ਸਕਦੇ ਨੇ ਉਹਨਾਂ ਨੂੰ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਤਾਂ ਹੁਣ ਦੇਖੋ, ਕਲਸੀ ਇਜ਼ ਆ ਫੇਮਸ ਫॉर, ਚਾਰ ਆਪਸ਼ਨਾਂ ਨੇ ਹੁੰਦੀਆਂ ਨੇ ਤੁਹਾਨੂੰ। ਤਾਂ ਇਹਨਾਂ ਦੇ ਵਿੱਚੋਂ ਕੀ ਆ? ਬੁੱਧਿਸਟ ਚੈਤਿਆ, ਪਰਸੀਅਨ ਕੁਆਇਨ ਨੇ, ਰੌਕ ਐਡਿਕਟਸ ਆਫ ਅਸ਼ੋਕਾ ਜਾਂ ਫਿਰ ਟੈਂਪਲਸ ਆਫ ਗੁਪਤਾ ਪੀਰੀਅਡ। ਤਾਂ ਹੁਣ ਇਹਦੇ 'ਚੋਂ ਜਿਹੜਾ ਇਹਦਾ ਕਰੈਕਟ ਆਨਸਰ ਆ ਉਹ ਹੈਗਾ ਰੌਕ ਐਡਿਕਟਸ ਆਫ ਅਸ਼ੋਕਾ। ਤਾਂ ਹੁਣ ਜੇ ਗੱਲ ਕਰੀਏ ਆਪਾਂ ਅਸ਼ੋਕਾ ਦੀ, ਅਸ਼ੋਕਾ ਕਾਫੀ ਇੰਪੋਰਟੈਂਟ ਸ਼ਾਸਕ ਰਿਹਾ ਗਾ। ਅਸ਼ੋਕਾ ਦੇ ਜਿਹੜੇ ਇਨਸਕ੍ਰਿਪਸ਼ਨ ਨੇ ਉਹ ਹਿਸਟਰੀ ਨੂੰ ਦੱਸਦੇ ਆ ਪ੍ਰੋਪਰਲੀ। ਬਾਕੀ ਇਹਨਾਂ ਦੀ ਜੇ ਆਪਾਂ ਗੱਲ ਕਰੀਏ, ਜਿਹੜੇ ਅਸ਼ੋਕ ਦੇ ਇਨਸਕ੍ਰਿਪਸ਼ਨ ਨੇ ਉਹਨਾਂ ਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਡਿਵਾਈਡ ਕਰਕੇ ਪੜ੍ਹਦੇ ਹਾਂ। ਦੇਖੋ, ਹੁਣ ਆਪਾਂ ਸਾਰਿਆਂ ਦੇ ਬਾਰੇ ਪ੍ਰੋਪਰ ਡਿਸਕਸ ਨਹੀਂ ਕਰਨਾ ਇੱਥੇ। ਦੇਖੋ, ਪਹਿਲੇ ਤਾਂ ਹੁੰਦੇ ਆ, ਇੱਕ ਤਾਂ ਹੁੰਦੇ ਆ ਰੌਕ ਵਾਲੇ, ਜਿਵੇਂ ਕਿ ਆਹ ਵਾਲੇ ਦੀ ਆਪਾਂ ਗੱਲ ਕਰੀਏ, ਔਰ ਦੂਸਰੇ ਨੇ ਕਾਲਮ ਇਨਸਕ੍ਰਿਪਸ਼ਨ। ਇਹਨਾਂ ਦੇ ਪਿੱਛੇ ਲੱਗ ਰਿਹਾ ਸਾਰਿਆਂ ਦੇ ਪਿੱਛੇ। ਓਕੇ, ਇਹਨੂੰ ਤਾਂ ਵੈਸੇ ਪੀਟਰੋਗ੍ਰਾਫ ਵੀ ਕਹਿ ਦਿੰਦੇ ਆ, ਕਈ ਵਾਰ ਤੁਹਾਨੂੰ ਆ ਜੇ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ। ਰੌਕ ਵਾਲੇ ਨੂੰ ਪੀਟਰੋਗ੍ਰਾਫ ਵੀ ਕਿਹਾ ਜਾਂਦਾ। ਅਤੇ ਤੀਸਰੇ ਹੈਗੇ ਨੇ ਕੇਵ ਇਨਸਕ੍ਰਿਪਸ਼ਨ। ਤਾਂ ਆਹ ਤੁਹਾਨੂੰ ਤਿੰਨੋਂ ਪੁਆਇੰਟ ਕਲੀਅਰ ਹੋ ਗਏ ਹੋਣਗੇ ਵੀ ਜਿਹੜੇ ਅਸ਼ੋਕ ਦੇ ਨੂੰ ਅਸੀਂ ਤਿੰਨ ਕਲਾਸਿਸ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ, ਰੌਕ ਇਨਸਕ੍ਰਿਪਸ਼ਨ, ਕਾਲਮ ਔਰ ਕੇਵ। ਤਾਂ ਇਹਨਾਂ ਦੇ ਵਿੱਚੋਂ ਜਿਹੜੀਆਂ ਰੌਕ ਵਾਲੀਆਂ ਨੇ ਤਾਂ ਇਹਦੇ 'ਚ 14 ਵੇਰੀਅਸ ਇਨਸਕ੍ਰਿਪਸ਼ਨ ਨੇ ਜਿਹੜੀਆਂ 8 ਅਲੱਗ-ਅਲੱਗ ਜਗ੍ਹਾ ਦੇ ਉੱਤੇ ਮਿਲਦੀਆਂ ਨੇ। ਹੁਣ ਦੇਖੋ, ਇਹ ਫੈਕਟ ਆ, ਜਿਹੜੀਆਂ ਰੌਕ ਵਾਲੀਆਂ ਨੇ ਇਹ ਕਿੰਨੇ ਨੇ? 14 ਨੇ। ਕਿੰਨੀਆਂ ਜਗ੍ਹਾ 'ਤੇ ਮਿਲਦੇ ਆ? ਐਟ ਪਲੇਸਿਸ 8। ਤਾਂ 8 ਅਲੱਗ-ਅਲੱਗ ਜਗ੍ਹਾ ਦੇ ਉੱਤੇ ਮਿਲਦੇ ਨੇ। ਤਾਂ ਇਹਨਾਂ ਦੇ ਵਿੱਚੋਂ ਕਲਸੀ ਇੱਕ ਆ, ਗਿਰਨਾਰ ਆ, ਧੌਲੀ ਆ, ਠੀਕ ਆ, ਤਾਂ ਇਹ ਸਪਾਰਾ। ਤਾਂ ਇਹ ਕੁਝ ਕੁ ਇੰਪੋਰਟੈਂਟ ਜਗ੍ਹਾ ਨੇ ਜਿਨ੍ਹਾਂ ਦੇ ਉੱਤੇ ਇਹ ਵਾਲੇ ਜਿਹੜੇ ਫਾਊਂਡ ਕੀਤੇ ਜਾਂਦੇ ਆ, ਮਤਲਬ ਕਿ ਉੱਥੇ ਦੇਖੇ ਗਏ ਨੇ। ਤਾਂ ਇਹ ਤਾਂ ਤੁਹਾਨੂੰ ਹੋ ਗਿਆ ਕਲੀਅਰ। ਹੁਣ ਆਪਾਂ ਕਲਸੀ ਦੀ ਗੱਲ ਕਰੀਏ ਤਾਂ ਕਲਸੀ ਕਿੱਥੇ ਆ? ਦੇਹਰਾਦੂਨ ਡਿਸਟ੍ਰਿਕਟ ਦੇ ਵਿੱਚ ਆ, ਉੱਤਰਾਖੰਡ ਦੇ ਵਿੱਚ। ਇਹਦੇ ਲਈ ਬਸ ਤੁਸੀਂ ਇੰਨਾ ਪੜ੍ਹਨਾ ਵੀ ਇਹ ਅਸ਼ੋਕ ਦੇ ਦੁਆਰਾ ਬਣਾਇਆ ਹੋਇਆ ਰੌਕ ਐਡਿਕਟਸ ਆ ਔਰ ਇਹ ਕਿੱਥੇ ਆ? ਉੱਤਰਾਖੰਡ ਦੇ ਵਿੱਚ ਆ। ਤਾਂ ਬੱਚੇ ਫੈਕਟ ਤੁਸੀਂ ਨੋਟ ਕਰ ਲਿਆ ਹੋਊਗਾ। ਤਾਂ ਇਹਦੇ ਬਾਰੇ ਆਪਾਂ ਕੁਝ ਕੁ ਫੈਕਟ ਦੇਖ ਲੈਂਦੇ ਹਾਂ। ਤਾਂ ਲੋਕੇਟਡ ਕਿੱਥੇ ਆ? ਬਸ ਇੰਨਾ ਹੀ ਧਿਆਨ 'ਚ ਰੱਖਿਓ, ਬਾਕੀ ਫੈਕਟ ਤੁਹਾਡੇ ਲਈ ਕਾਫੀ ਜ਼ਿਆਦਾ ਨੇ। ਤਾਂ ਇਹਨਾਂ ਨੂੰ ਤੁਸੀਂ ਜਿਨ੍ਹਾਂ ਕੋਲ ਟਾਈਮ ਆ ਜਾਂ ਜ਼ਿਆਦਾ ਡੈਪਥ ਦੇ ਵਿੱਚ ਜਾਣਾ ਚਾਹੁੰਦੇ ਆ ਉਹ ਜਾ ਸਕਦੇ ਆ। ਬਾਕੀ ਇਹਦੇ ਬਾਰੇ ਬਸ ਤੁਹਾਨੂੰ ਜਾਂ ਤਾਂ ਕੁਐਸਚਨ ਬਣੂਗਾ ਵੀ ਕਲਸੀ ਕਿਹਦੇ ਨਾਲ ਰਿਲੇਟਡ ਆ, ਜਾਂ ਫਿਰ ਤੁਹਾਨੂੰ ਇਹਦੀ ਲੋਕੇਸ਼ਨ ਪੁੱਛੀ ਜਾ ਸਕਦੀ ਆ। ਦੇਹਰਾਦੂਨ ਉੱਤਰਾਖੰਡ ਦੇ ਵਿੱਚ ਆ ਔਰ ਇੱਥੇ ਨਦੀਆਂ ਨੇ ਜਿਹੜਾ ਕਨਫਲੂਐਂਸ ਹੁੰਦਾ ਸੰਗਮ, ਜਿੱਥੇ ਦੋ ਨਦੀਆਂ ਆਪਸ ਦੇ ਵਿੱਚ ਮਿਲਦੀਆਂ, ਲਾਈਕ ਇੱਕ ਇੱਧਰੋਂ ਆ ਗਈ ਇੱਕ ਇੱਧਰੋਂ ਆ ਗਈ ਆ, ਮੀਟ ਪੁਆਇੰਟ ਆ, ਇਹਨੂੰ ਕਿਹਾ ਜਾਂਦਾ ਕਨਫਲੂਐਂਸ। ਜਮਨਾ ਐਂਡ ਟੋਨ ਰਿਵਰ, ਤਾਂ ਦੋਨਾਂ ਦਾ ਇਹ। ਬਾਕੀ ਹੋਰ ਇਹਦੇ ਬਾਰੇ ਜਿਹੜਾ ਇੰਪੋਰਟੈਂਟ ਫੈਕਟ ਆ ਤਾਂ ਇਹਦੀ ਲੈਂਗੁਏਜ ਕੀ ਆ? ਪਾਲੀ ਐਂਡ ਸਕ੍ਰਿਪਟ ਬ੍ਰਹਮੀ। ਬਸ ਆਹ ਤੁਸੀਂ ਧਿਆਨ ਦੇ ਵਿੱਚ ਫੈਕਟ ਰੱਖਿਓ। ਇੱਕ ਇਹਨਾਂ ਦੀ ਭਾਸ਼ਾ, ਇੱਕ ਇਹਦੀ ਸਟੇਟ ਕਿਹੜੀ ਜਗ੍ਹਾ ਦੇ ਉੱਤੇ ਆ। ਓਕੇ, ਅਤੇ ਨਦੀਆਂ ਕਿਹੜੀਆਂ-ਕਿਹੜੀਆਂ? ਜਮਨਾ ਐਂਡ ਟੋਨ ਰਿਵਰ। ਔਰ ਬਾਕੀ ਇਹ ਇਹਨਾਂ ਦਾ ਇੱਕ ਮੁੱਖ ਟ੍ਰੇਡ ਸੈਂਟਰ ਸੀਗਾ, ਠੀਕ ਆ। ਜਿਹੜੀ ਇਹ ਜਗ੍ਹਾ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਇਹਨਾਂ ਦਾ ਕੀ ਸੀ? ਮੇਜਰ ਟ੍ਰੇਡਿੰਗ ਸੈਂਟਰ ਸੀਗਾ। ਔਰ ਇੱਥੇ ਇਹਨਾਂ ਨੇ
ਧਾਮਾ ਸੀ ਜਿਹੜਾ ਮੈਕਸਿਮਮ ਪੀਪਲ ਤੱਕ ਫੈਲਾਉਣ ਨੂੰ ਮਤਲਬ ਕਿ ਰੱਖਿਆ ਹੋਇਆ ਸੀ। ਚਲੋ ਇਹ ਤਾਂ ਸੀ ਇਹਦੇ ਬਾਰੇ ਫੈਕਟ। ਤਾਂ ਇਹ ਤੋਂ ਬਾਅਦ ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ। ਅਸ਼ੋਕਾ ਦੇ ਬਾਰੇ ਗੱਲ ਕਰੀ ਤਾਂ ਨਾਲ ਹੀ ਤੁਹਾਡੇ ਧਿਆਨ ਦੇ ਵਿੱਚ ਆਉਣੀ ਚਾਹੀਦੀ ਹੈ ਕਲਿੰਗਾ ਵਾਰ। ਠੀਕ ਆ, ਤਾਂ ਕਲਿੰਗਾ ਵਾਰ ਦੇ ਵਿੱਚ ਜਿੱਤਿਆ ਕੌਣ ਸੀਗਾ? ਅਸ਼ੋਕਾ ਜਿੱਤਿਆ ਸੀ। ਤਾਂ ਇਹਦੇ ਬਾਰੇ ਜਾਣਕਾਰੀ ਕਿੰਨਵੇਂ ਤੋਂ ਮਿਲਦੀ ਆ? 13ਵਾਂ ਜਿਹੜਾ ਇਹਦਾ ਰੌਕ ਐਡਿਟਿਕਸ ਆ ਇਹਦੇ ਤੋਂ ਇਹਦੀ ਜਾਣਕਾਰੀ ਮਿਲਦੀ ਆ। ਤਾਂ ਇਹ ਹੋਇਆ ਸੀ ਇਹਦੇ ਜਦੋਂ ਇਹਦਾ ਕੋਰੋਨੇਸ਼ਨ ਹੋਇਆ, ਕੋਰੋਨੇਸ਼ਨ ਦੇ 8 ਸਾਲ ਬਾਅਦ। ਔਰ ਇਹੀ ਕਲਿੰਗਾ ਵਾਰ ਟਰਨਿੰਗ ਪੁਆਇੰਟ ਸੀ ਇਹਦੀ ਜ਼ਿੰਦਗੀ ਦਾ, ਕਿਉਂਕਿ ਇਦੋਂ ਬਾਅਦ ਬੁੱਧਿਜ਼ਮ ਬਣ ਗਿਆ ਸੀ। ਕੌਣ? ਅਸ਼ੋਕ। ਓਕੇ, ਤਾਂ ਇਹ ਕੁਐਸਚਨ ਦਾ ਤੁਸੀਂ ਕਲਿੰਗਾ ਵਾਰ ਆ ਜਿਹੜਾ ਕਲਿੰਗਾ ਵਾਰ ਨੂੰ ਵੀ ਧਿਆਨ ਦੇ ਵਿੱਚ ਰੱਖਣਾ। ਚਲੋ ਹੁਣ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਹੂ ਵਾਜ਼ ਦਾ ਫਸਟ ਬ੍ਰਿਟਿਸ਼ਰ ਟੂ ਸਟੱਡੀ ਅਸ਼ੋਕਸ ਐਡਿਕਟਸ? ਤਾਂ ਇਹਨਾਂ ਨੂੰ ਸਟੱਡੀ ਕਰਨ ਵਾਲਾ ਸਭ ਤੋਂ ਪਹਿਲਾ ਬੰਦਾ ਸੀ ਜਿਹੜਾ, ਉਹ ਕਿਹੜਾ ਸੀਗਾ? ਫਸਟ ਪਰਸਨ, ਵੈਸੇ ਬ੍ਰਿਟਿਸ਼ ਲਿਖਿਆ ਤਾਂ ਦੈਨ ਅੰਗਰੇਜ਼ ਕਹਿ ਸਕਦੇ ਆਪਾਂ। ਕਿਹੜਾ ਸੀਗਾ ਜਿਹਨੇ ਪਹਿਲੀ ਵਾਰ ਇਹਨਾਂ ਨੂੰ ਸਟੱਡੀ ਕੀਤਾ ਸੀ? ਤਾਂ ਇਹਦਾ ਕਰੈਕਟ ਆਨਸਰ ਕੀ ਆ? ਜੇਮਸ ਪ੍ਰਿੰਸਪ। ਤਾਂ ਬੱਚੇ ਦੇਖੋ ਜਿਹੜੇ ਤੁਸੀਂ ਕੁਐਸਚਨ ਨੇ, ਤਾਂ ਇੱਕ ਵਾਰ ਕਿਸੇ ਬੱਚੇ ਨੇ ਕਿਹਾ ਸੀ ਵੀ ਸਰ ਪਹਿਲਾਂ ਤੁਸੀਂ ਆਨਸਰ ਸ਼ੋਅ ਨਹੀਂ ਕਰਨੇ, ਤਾਂ ਅਸੀਂ ਆਪਦੇ ਖੁਦ ਦੇ ਪੁਆਇੰਟ ਦੇਖਣੇ ਹੁੰਦੇ ਆ। ਤਾਂ ਬੱਚੇ ਤੁਸੀਂ ਆਪਣੇ ਕੁਐਸਚਨ ਵੀ ਦੇਖਿਆ ਕਰੋ ਨਾਲ ਦੀ ਨਾਲ ਵੀ, ਲਾਸਟ ਦੇ ਉੱਤੇ ਤੁਸੀਂ ਕਿੰਨੇ ਕੁਐਸਚਨ ਦੇ ਵਿੱਚੋਂ ਕਿੰਨਾ ਸਕੋਰ ਕੀਤਾ ਔਰ ਤੁਹਾਡੀ ਤਿਆਰੀ ਕਿਵੇਂ ਚੱਲ ਰਹੀ ਆ। ਤਾਂ ਹੁਣ ਜਿਹੜਾ ਜੇਮਸ ਪ੍ਰਿੰਸਪ ਆ, ਤਾਂ ਜੇਮਸ ਪ੍ਰਿੰਸਪ ਕੀ ਸੀਗਾ? ਬਸ ਇੰਨਾ ਧਿਆਨ 'ਚ ਰੱਖਿਓ ਵੀ ਇਹਨੇ ਪਹਿਲੀ ਵਾਰੀ ਜਿਹੜੇ ਇਹ ਸੀਗੇ ਇਹਨਾਂ ਨੂੰ ਰੀਡ ਆਊਟ ਕਰਿਆ ਸੀਗਾ। ਔਰ ਇਹ ਆਫਿਸਰ ਸੀਗਾ, ਮਿੰਟ ਹੁੰਦੀ ਆ ਜਿੱਥੇ ਸਿੱਕੇ ਘੜੇ ਜਾਂਦੇ, ਜਾਣੀ ਕਿ ਸਿੱਕੇ ਬਣਦੇ ਆ, ਟਕਸਾਲ ਆਫ ਈਸਟ ਇੰਡੀਆ ਕੰਪਨੀ। ਤਾਂ ਇਹਨੇ ਬ੍ਰਹਮੀ ਐਂਡ ਖਰੋਸਟੀ ਇਹਨਾਂ ਨੂੰ ਮਤਲਬ ਕਿ ਕੋਇਨਸ ਦੇ ਉੱਤੇ ਇੱਥੇ ਲਿਖਿਆ ਜਾਂ ਦੱਸਿਆ ਜਾਂਦਾ ਸੀ। ਹੀ ਫਾਊਂਡ ਦੈਟ ਮੋਸਟ ਆਫ ਦੀਜ਼ ਮੈਂਸ਼ਨਡ ਅ ਕਿੰਗ ਰੈਫਰ ਟੂ ਦਾ ਪਿਆਦਾਸੀ। ਪਿਆਦਾਸੀ ਦੇ ਬਾਰੇ ਮੀਨਿੰਗ ਹੈ ਜਿਹੜਾ, ਤਾਂ ਉਹ ਵੀ ਇਹਨੇ ਦੱਸਿਆ ਵੀ ਕੁਝ ਕੁ ਉੱਤੇ ਇਹ ਕਿੰਗ ਅਸ਼ੋਕਾ ਦੇ ਬਾਰੇ ਇਹ ਚੀਜ਼ ਦੱਸੀ ਹੋਈ ਆ। ਬਸ ਤੁਸੀਂ ਇਹਦੇ ਬਾਰੇ ਫੈਕਟ ਹੁਣ ਕੀ ਧਿਆਨ 'ਚ ਰੱਖਣਾ ਵੀ ਜੇਮਸ ਪ੍ਰਿੰਸਪ ਉਹ ਪਹਿਲਾ ਅੰਗਰੇਜ਼ ਅਧਿਕਾਰੀ ਸੀ ਜਿਹਨੇ ਅਸ਼ੋਕ ਦੇ ਐਡਿਕਟਸ ਨੂੰ ਪਹਿਲੀ ਵਾਰੀ ਪੜ੍ਹਿਆ ਸੀ। ਔਰ ਕੁਐਸਚਨ ਤੀਸਰਾ ਦੇਖੋ, ਲੈਂਗੁਏਜ ਯੂਜ਼ਡ ਇਨ ਦਾ ਇਨਸਕ੍ਰਿਪਸ਼ਨ ਆਫ ਅਸ਼ੋਕਾ। ਤਾਂ ਅਸ਼ੋਕਾ ਦੇ ਵਿੱਚ ਬਾਰੇ ਜਿਹੜੇ ਆਪਾਂ ਹੁਣ ਫੈਕਟ ਦੇਖ ਰਹੇ ਹਾਂ, ਤਾਂ ਇਹਦੇ 'ਚੋਂ ਦੇਖਣਾ ਆਪਾਂ ਉਹਦੀ ਲੈਂਗੁਏਜ ਦੇ ਬਾਰੇ। ਤਾਂ ਹੁਣ ਇਹਦੀ ਜਿਹੜੀ ਮੇਨ ਲੈਂਗੁਏਜ ਸੀਗੀ ਉਹ ਹੈਗੀ ਸੀ ਪ੍ਰਾਕ੍ਰਿਤ, ਵੈਸੇ ਪ੍ਰਾਕ੍ਰਿਤਿਕ ਵੀ ਕਈ ਬੋਲ ਦਿੰਦੇ ਇਹਨੂੰ। ਠੀਕ ਆ, ਤਾਂ ਇਹ ਵਾਲੀ ਜਿਹੜੀ ਲੈਂਗੁਏਜ ਸੀਗੀ ਉਹਦੀ, ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਇਹਦੇ ਬਾਰੇ ਆ ਤੁਸੀਂ ਇੱਥੋਂ ਫੈਕਟ ਪੜ੍ਹ ਸਕਦੇ ਹੋ ਵੀ ਪ੍ਰਾਕ੍ਰਿਤਿਕ ਲੈਂਗੁਏਜ ਸੀਗੀ ਮਗਧੀ, ਡਾਇਲੈਕਟ ਆਫ ਪ੍ਰਾਕ੍ਰਿਤਿਕ ਇਨ ਮਗਧ, ਰਿਟਨ ਇਨ ਦਾ ਬ੍ਰਹਮੀ ਸਕ੍ਰਿਪਟ। ਤਾਂ ਸਕ੍ਰਿਪਟ ਲੈਂਗੁਏਜ ਆ ਜੇ ਤੁਹਾਨੂੰ, ਤਾਂ ਪ੍ਰਾਕ੍ਰਿਤਿਕ ਲੈਂਗੁਏਜ ਆ, ਬ੍ਰਹਮੀ ਸਕ੍ਰਿਪਟ ਹੈ ਇਹਦੀ। ਓਕੇ, ਪਰ ਆ ਵੀ ਇਹਦੇ ਨਾਲ ਇੱਥੇ ਦੇਖੋ ਬੱਟ ਪਾ ਕੇ ਲਿਖਿਆ ਨਾ, ਬਟ ਇਨ ਦਾ ਨਦਰਨ ਵੈਸਟਰਨ ਪਾਰਟ ਦੇ ਅਪੀਅਰ ਇਨ ਖਰੋਸਟੀ ਸਕ੍ਰਿਪਟ ਐਂਡ ਇਨ ਕੰਧਾਰ ਇਨ ਅਫਗਾਨਿਸਤਾਨ। ਤਾਂ ਦੇਖੋ ਅਫਗਾਨਿਸਤਾਨ ਦੇ ਵਿੱਚ ਕੰਧਾਰ ਚੱਲਦੀ ਆ, ਔਰ ਇਸ ਤੋਂ ਬਾਅਦ ਇੱਧਰ ਇੱਥੇ ਖਰੋਸਟੀ ਵੀ ਆ। ਦੇ ਵਾਰ ਰਿਟਨ ਇਨ ਰੈਮਿਕ ਇਨ ਗ੍ਰੀਕ ਸਕ੍ਰਿਪਟ ਐਂਡ ਗ੍ਰੀਕ ਲੈਂਗੁਏਜ। ਤਾਂ ਬੱਚੇ ਆਹ ਫੈਕਟ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਇਹਦਾ ਆਨਸਰ ਕੀ ਸੀਗਾ? ਪ੍ਰਾਕ੍ਰਿਤ। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਸਾਰਨਾਥ ਪਿੱਲਰ ਵਾਜ਼ ਬਿਲਟ ਬਾਏ। ਤਾਂ ਹੁਣ ਇਹਦੇ ਬਾਰੇ ਆਪਾਂ ਇੱਕ ਦੋ ਫੈਕਟ ਹੋਰ ਦੇਖ ਲੈਂਦੇ ਹਾਂ। ਦੇਖੋ ਜਿਹੜੀ ਖਰੋਸਟੀ, ਚਲੋ ਇੱਥੇ ਦੇਖਦੇ ਆਪਾਂ, ਜਿਹੜੀ ਆਪਾਂ ਗੱਲ ਕਰੀ ਵੀ ਇੱਕ ਖਰੋਸਟੀ ਸਕ੍ਰਿਪਟ, ਤਾਂ ਇਹਦੇ ਬਾਰੇ ਤੁਹਾਨੂੰ ਕਈ ਵਾਰ ਕੋਈ ਫੈਕਟ ਆ ਜਾਂਦਾ ਹੁੰਦਾ। ਇਹ ਕਿਵੇਂ ਲਿਖੀ ਜਾਂਦੀ ਆ? ਰਾਈਟ ਟੂ ਲੈਫਟ, ਰਾਈਟ ਟੂ ਲੈਫਟ, ਜਾਣੀ ਕਿ ਇੱਧਰੋਂ ਇੱਧਰ ਨੂੰ ਲਿਖੀ ਜਾਂਦੀ ਹੈ। ਠੀਕ ਆ, ਰਾਈਟ ਟੂ ਲੈਫਟ ਲਿਖੀ ਜਾਂਦੀ ਆ। ਓਕੇ, ਚਲੋ ਤਾਂ ਇਹ ਕੁਐਸਚਨ ਵੀ ਤੁਹਾਨੂੰ ਕਲੀਅਰ ਹੋ ਗਿਆ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ। ਸਾਰਨਾਥ ਪਿੱਲਰ ਵਾਜ਼ ਬਿਲਟ ਬਾਏ। ਹੁਣ ਸਾਰਨਾਥ ਦਾ ਪਿੱਲਰ ਤੁਸੀਂ ਸਭ ਨੇ ਦੇਖਿਆ ਹੋਊਗਾ, ਬੜਾ ਇੰਪੋਰਟੈਂਟ ਆ ਇਹ। ਤਾਂ ਇਹਦਾ ਕਰੈਕਟ ਆਨਸਰ ਕੀ ਆ? ਇਹ ਬਣਵਾਇਆ ਸੀਗਾ ਅਸ਼ੋਕਾ ਨੇ।
ਆ ਤਾਂ ਇਹਦਾ ਕਰੈਕਟ ਆਨਸਰ ਰਿਹਾ। ਤਾਂ ਹੁਣ ਇਹਦੇ ਬਾਰੇ ਫੈਕਟ ਕੀ ਆ ਵੀ ਇਹ ਬਣਵਾਇਆ ਕਿਹਨੇ ਸੀਗਾ, ਅਸ਼ੋਕਾ ਨੇ ਬਣਾਇਆ ਸੀਗਾ। ਅਤੇ ਇਹ ਜਿਹੜਾ ਪਿੱਲਰ ਸੀ ਨਾ ਇਹਦੇ, ਜਿਵੇਂ ਆਹ ਪਿੱਲਰ ਆ, ਇਹਦੇ ਟੌਪ ਦੇ ਉੱਤੇ ਇੱਥੇ ਲਾਇਨ ਜਿਹੜਾ ਆਪਣਾ ਕਿ ਹੁਣ ਚਿੰਨ੍ਹ ਆ ਇੱਕ ਰਾਸ਼ਟਰੀ, ਠੀਕ ਆ, ਤਾਂ ਤੁਸੀਂ ਸਭ ਨੇ ਦੇਖਿਆ ਹੀ ਹੋਊਗਾ ਨੈਸ਼ਨਲ ਸਾਈਨ ਆਪਣਾ, ਤਾਂ ਉਹ ਇੱਥੋਂ ਹੀ ਲਿਆ ਹੋਇਆ। ਤਾਂ ਇਹ ਬਣਾਇਆ ਕਿਹਨੇ ਸੀਗਾ, ਅਸ਼ੋਕ ਨੇ ਬਣਾਇਆ ਸੀ। ਸ਼ੇਪ ਆਫ ਲਾਈਨ ਜਿਹੜੀ ਕਿ ਆਪਣੀ ਸਿੰਬਲ ਸੀਗੀ ਪਾਵਰ ਦਾ। ਬਾਕੀ ਮੌਰੀਅਨ ਆਰਕੀਟੈਕਚਰ ਆ ਜਿਹੜਾ, ਉਹਦੀ ਇਹ ਬੈਸਟ ਐਗਜ਼ਾਮਪਲ ਮੰਨੀ ਜਾਂਦੀ ਆ। ਬਾਕੀ ਇਹ ਤੋਂ ਬਿਨਾਂ ਹੁਣ ਆਪਾਂ ਇਹਨਾਂ ਦੇ ਬਾਰੇ ਹੋਰ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ, ਕਿਉਂਕਿ ਆਪਾਂ ਕਿਹਾ ਵੀ ਹਰੇਕ ਕੁਐਸਚਨ ਦੇ ਨਾਲ ਆਪਾਂ ਕੁਝ ਕੁ ਫੈਕਟ ਨੇ ਜਿਹੜੇ ਉਹਨਾਂ ਦੇ ਕਰਨੇ ਆ। ਤਾਂ ਹੁਣ ਨਾਲ ਦੀ ਨਾਲ ਹੀ ਤੁਹਾਡਾ ਅਸ਼ੋਕ ਦਾ ਬਹੁਤ ਕੁਝ ਜਿਹੜਾ ਇਹਨਾਂ ਦਾ ਕਲੀਅਰ ਹੋ ਜਾਊਗਾ। ਬਾਕੀ ਉਹਨਾਂ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਅਫੀਸ਼ੀਅਲ ਹੁੰਦੇ ਸੀ ਜਿਹੜੇ, ਤਾਂ ਉਹਨਾਂ ਨੂੰ ਕਿਵੇਂ ਕਿਹਾ ਜਾਂਦਾ ਸੀ। ਤਾਂ ਉਹਨਾਂ ਦੇ ਵਿੱਚ ਦੇਖੋ, ਇੱਕ ਤਾਂ ਹੁੰਦੇ ਸੀ ਯੁਕਤਾ। ਹੁਣ ਯੁਕਤਾ ਕਿਹੜੇ ਹੁੰਦੇ ਨੇ, ਤੇ ਇਹ ਉਹ ਹੁੰਦੇ ਸੀਗੇ ਜਿਹੜੇ ਡਿਸਟ੍ਰਿਕਟ ਲੈਵਲ ਤੇ ਕਲੈਕਟ ਕਰਦੇ ਸੀ ਰੈਵਨਿਊ। ਤਾਂ ਪਹਿਲੇ ਹੋ ਗਏ ਯੁਕਤਾ, ਕਲੀਅਰ। ਹੁਣ ਆਪਾਂ ਦੇਖੀਏ ਇਹਨਾਂ ਦੇ ਹੋਰ ਕਿਹੜੇ ਹੁੰਦੇ ਸੀ। ਇੱਕ ਹੁੰਦੇ ਸੀ ਇਹਨਾਂ ਦੇ ਦੂਸਰੇ ਨੰਬਰ 'ਤੇ ਰਾਜੂਕ ਜਾਂ ਫਿਰ ਰਾਜੂਕਾ। ਤਾਂ ਹੁਣ ਇਹ ਕਿਹੜੇ ਨੇ, ਇਹ ਹੁੰਦੇ ਸੀ ਜਿਹੜੇ ਇਹਨਾਂ ਦੇ ਰੂਰਲ ਜਾਣੀ ਕਿ ਪੇਂਡੂ ਏਰੀਆ ਦੇ ਵਿੱਚ ਹੁੰਦੇ ਸੀ। ਓਕੇ, ਵਿੱਚ ਸਰਵੇ ਕਰਨ ਦਾ ਕੰਮ ਕਰਦੇ ਹੁੰਦੇ ਸੀ ਇਹ ਹੁੰਦੇ ਸੀ ਰਾਜੂਕ ਜਾਂ ਫਿਰ ਰਾਜੂਕਾ। ਔਰ ਤੀਸਰੇ ਹੁੰਦੇ ਸੀ ਪ੍ਰਾਦੇਸ਼ਿਕਾ। ਆ ਤੀਸਰੇ ਨੰਬਰ ਦੇ ਨੇ, ਇਹ ਸਭ ਤੋਂ ਟੌਪ ਆਫੀਸ਼ੀਅਲ ਹੁੰਦੇ ਸੀ ਡਿਵੀਜ਼ਨ ਦੇ ਵਿੱਚ। ਓਕੇ, ਬਾਕੀ ਹੁਣ ਇਹਨਾਂ ਨੂੰ ਕੰਪੇਅਰ ਕਰ ਸਕਦੇ ਹਾਂ, ਜਿਵੇਂ ਹੁਣ ਆਪਣੇ ਡਿਵੀਜ਼ਨਲ ਕਮਿਸ਼ਨਰ ਹੁੰਦੇ ਆ, ਤਾਂ ਇਹਨਾਂ ਦੇ ਕੋਲੇ ਜੁਡੀਸ਼ੀਅਲ ਪਰਫਾਰਮ ਵਰਕ ਕਰਨ ਦਾ ਰਾਈਟ ਵੀ ਹੁੰਦਾ ਸੀਗਾ। ਤਾਂ ਇਹ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਸਿਸਟਮ ਕਹਿ ਸਕਦੇ ਹੋ ਤੁਸੀਂ ਵੀ। ਇੱਕ ਯੁਕਤਾ ਹੁੰਦੇ ਸੀ, ਰਾਜੂਕਾ ਹੁੰਦੇ ਸੀ, ਔਰ ਇਹਨਾਂ ਦੇ ਵਿੱਚ ਪ੍ਰਾਦੇਸ਼ਿਕਾ ਹੁੰਦੇ ਸੀ। ਤਾਂ ਸਾਰਨਾਥ ਦੇ ਬਾਰੇ ਤੁਹਾਨੂੰ ਕਲੀਅਰ ਹੋ ਗਿਆ। ਚਲੋ ਇੱਕ ਦੋ ਫੈਕਟ ਆਪਾਂ ਹੋਰ ਦੇਖ ਲਈਏ। ਅਸ਼ੋਕ ਤੇ ਉਹਦਾ ਗ੍ਰੈਂਡਸਨ, ਅਸ਼ੋਕ ਐਂਡ ਇਹਦਾ ਗ੍ਰੈਂਡਸਨ। ਤੇ ਹੁਣ ਗ੍ਰੈਂਡਸਨ ਕੌਣ ਹੈ ਇਹਦਾ, ਦਸ਼ਰਥ। ਤਾਂ ਇਹ ਬੁੱਧ ਧਰਮ ਨੂੰ ਦੋਨੋਂ ਹੀ ਫੋਲੋ ਕਰਦੇ ਆ। ਤੇ ਜਿਹੜਾ ਇਹ ਸੀਗਾ ਇਹਦਾ ਗ੍ਰੈਂਡਸਨ, ਇਹਨੇ ਲਿਆ ਸੀ ਟਾਈਟਲ। ਟਾਈਟਲ ਬੜੇ ਇੰਪੋਰਟੈਂਟ ਹੁੰਦੇ ਆ, ਦੇਵ ਨਾਮਾ ਜਾਂ ਫਿਰ ਦੇਵਾ ਨਾਮਾ। ਤਾਂ ਇਹ ਇਹਨੇ ਟਾਈਟਲ ਲਿਆ ਸੀਗਾ। ਔਰ ਜੇ ਆਪਾਂ ਹੁਣ ਅਸ਼ੋਕ ਦੀ ਗੱਲ ਕਰੀਏ, ਤਾਂ ਜਿਹੜੀ ਤੀਸਰੀ ਬੁੱਧਿਸਟ ਕੌਂਸਲ ਹੋਈ ਆ, ਥਰਡ ਬੁੱਧਿਸਟ ਕੌਂਸਲ ਹੋਈ ਆ, ਇਹ ਕਿੱਥੇ ਹੋਈ ਸੀ, ਇੱਕ ਜਗ੍ਹਾ ਯਾਦ ਰੱਖਿਓ, ਪਾਟਲੀਪੁੱਤਰਾ। ਕਿਹਦੇ ਸਮੇਂ ਤੇ ਹੋਈ ਸੀ, ਜਾਂ ਫਿਰ ਟਨਿਓਰ ਕਿਹੜਾ ਸੀਗਾ ਕਰਵਾਉਣ ਵਾਲਾ ਬੰਦਾ, ਕੌਣ ਸੀਗਾ, ਅਸ਼ੋਕਾ। ਔਰ ਇੱਕ ਹੁੰਦਾ ਵੀ ਇਹਦਾ ਚੇਅਰਪਰਸਨ ਕੌਣ ਸੀਗਾ, ਮਤਲਬ ਕਿ ਪ੍ਰਧਾਨਗੀ ਕਿਹਨੇ ਕੀਤੀ ਸੀ, ਤਾਂ ਚੇਅਰਪਰਸਨ। ਇਹ ਕਿਸੇ ਵੀ ਕੌਂਸਲ ਦੇ ਵਾਸਤੇ 3-4 ਫੈਕਟ ਹੁੰਦੇ ਆ ਜਿਹੜੇ ਤੁਸੀਂ ਧਿਆਨ 'ਚ ਰੱਖਿਆ ਕਰੋ। ਤਾਂ ਇਹਨੂੰ ਕਰਨ ਵਾਲਾ ਸੀਗਾ ਮੋਗਲੀ ਪੁੱਤਰ ਤੀਸਾ, ਮੋਗਲੀ ਪੁੱਤਰ ਤੀਸਾ। ਓਕੇ, ਤਾਂ ਹੁਣ ਦੇਖੋ ਨਾਲੇ ਤਾਂ ਤੁਹਾਨੂੰ ਥਰਡ ਬੁੱਧਿਸਟ ਕੌਂਸਲ ਕਲੀਅਰ ਹੋ ਗਈ। ਤੇ ਅਸ਼ੋਕ ਤੋਂ ਬਾਅਦ ਉਹਦਾ ਪੋਤਾ ਸੀ, ਉਹ ਵੀ ਬੁੱਧ ਧਰਮ ਨੂੰ ਮੰਨਦਾ ਸੀ, ਔਰ ਉਹਨੇ ਟਾਈਟਲ ਲਿਆ ਸੀ ਦੇਵਾਨਾਮਾ ਆਪਦੇ ਦਾਦੇ ਦੇ ਨਾਮ ਦੇ ਉੱਤੇ ਹੀ। ਤਾਂ ਅਸ਼ੋਕਾ ਦਾ ਇੱਕ ਆਪਾਂ ਕੁਐਸਚਨ ਕੀਤਾ ਸੀ ਵੀ ਕੋਰੋਨੇਸ਼ਨ ਤੋਂ 8 ਸਾਲ ਬਾਅਦ ਅਸ਼ੋਕਾ ਨੇ ਕੀ ਕਰਿਆ ਸੀਗਾ, ਯੁੱਧ ਲੜਿਆ। ਓਕੇ, ਤਾਂ ਹੁਣ ਜਿਹੜਾ ਇਹਦਾ ਕੋਰੋਨੇਸ਼ਨ ਹੋਇਆ ਸੀ ਅਸ਼ੋਕ ਦਾ, ਤਾਂ ਬੱਚੇ ਦੇਖੋ ਅੱਜ ਆਪਾਂ ਇਹਨਾਂ ਦੇ ਬਾਰੇ ਹੀ ਗੱਲ ਕਰਨੀ ਆ ਬੇਸਿਕਲੀ। ਤਾਂ ਕੋਰੋਨੇਸ਼ਨ ਕਦੋਂ ਹੁੰਦਾ, ਕੋਰੋਨੇਸ਼ਨ ਹੁੰਦਾ ਸੀ 269 BC ਦੇ ਵਿੱਚ, ਕਿਉਂਕਿ ਗੱਲ ਇਹ BC ਦੀ ਚੱਲਦੀ ਆ, ਠੀਕ ਆ। ਤਾਂ ਉਦੋਂ ਉਹਨੇ ਕਰਿਆ ਸੀਗਾ ਦੇਵਨਾਮ ਪ੍ਰਿਆ ਜਾਂ ਫਿਰ ਦੇਵਨਾਮ ਪ੍ਰਿਆ ਦਰਸ਼ੀ। ਤਾਂ ਇਹਦਾ ਸਾਨੂੰ ਉਹਦੇ ਜਿਹੜੇ ਉਹਦੇ ਸੀਗੇ ਆਪਣੇ ਇਨਸਕ੍ਰਿਪਸ਼ਨ ਸੀਗੇ, ਉਹਨਾਂ ਤੋਂ ਇਹ ਚੀਜ਼ ਦੀ ਜਾਣਕਾਰੀ ਮਿਲਦੀ ਆ। ਮਤਲਬ ਕੀ ਸੀ ਇਹਦਾ, ਜਾਂ ਤਾਂ ਹੁੰਦਾ ਬਿਲਵਡ ਆਫ ਗੋਡਸ ਜਾਂ ਫਿਰ ਹੈਂਡਸਮ ਬਾਏ ਲੁੱਕਸ। ਤਾਂ ਇਹ ਉਹਦਾ ਮਤਲਬ ਸੀਗਾ। ਤਾਂ ਹੁਣ ਤੁਹਾਨੂੰ ਇਹਦਾ ਕੋਰੋਨੇਸ਼ਨ ਪਤਾ ਲੱਗ ਗਿਆ ਵੀ 269 BC ਦੇ ਵਿੱਚ ਹੁੰਦਾ। ਕਲਿੰਗਾ ਬੌਰ ਕਲੀਅਰ ਕਰ ਲਈ ਆਪਾਂ, ਔਰ ਥਰਡ ਬੁੱਧਿਸਟ ਕੌਂਸਲ ਆ ਇਹ ਵੀ ਕਲੀਅਰ ਹੋ ਗਈ।
ਤੇ ਜਿਹੜੀ ਫਸਟ ਬੁੱਧਿਸਟ ਕਾਉਂਸਲ ਹੋਈ ਸੀ ਉਹ ਹੋਈ ਸੀ 483 ਦੇ ਵਿੱਚ, ਉਹ ਹੋਈ ਸੀ ਰਾਜਗ੍ਰਹਿ ਜਾਂ ਰਾਜਗੀਰ ਦੇ ਵਿੱਚ। ਔਰ ਇਸ ਤੋਂ ਬਾਅਦ ਜਿਹੜੀ ਦੂਸਰੀ ਹੋਈ ਆ ਉਹ ਹੋਈ ਸੀ 383, ਇਹ ਤੋਂ ਤਕਰੀਬਨ 100 ਸਾਲ ਦੇ ਬਾਅਦ ਇਹ ਹੋਈ ਸੀ ਵੈਸ਼ਾਲੀ ਦੇ ਵਿੱਚ। ਤੇ ਜਿਹੜੀ ਤੀਸਰੀ ਹੋਈ ਆ 247 ਔਰ ਇਹ ਵਾਲੀ ਹੋਈ ਸੀ ਪਾਟਲੀਪੁੱਤਰ ਦੇ ਵਿੱਚ। ਜਿਹੜੀ ਇਸ ਤੋਂ ਬਾਅਦ ਚੌਥੀ ਹੋਊਗੀ ਉਹ ਹੋਈ ਸੀ 98 AD ਦੇ ਵਿੱਚ, 98 AD ਦੇ ਵਿੱਚ ਹੋਈ ਸੀ। ਔਰ ਇਹਦਾ ਤੁਸੀਂ, ਇਹ ਇੰਡੀਆ ਦੇ ਵਿੱਚ ਹੀ ਹੈ ਕਿਤੇ, ਇਹਦਾ ਕਮੈਂਟ ਕਰਕੇ ਤੁਸੀਂ ਦੱਸਿਓ ਵੀ ਜਿਹੜੀ 4th ਬੁੱਧਿਸਟ ਕਾਉਂਸਲ ਹੋਈ ਆ ਤੇ ਉਹ ਕਿੱਥੇ ਹੋਈ ਆ। ਓਕੇ। ਔਰ ਇੱਕ ਇਹਨਾਂ ਦੇ ਬਾਰੇ ਫੈਕਟ ਹੋਰ ਚੀਜ਼ ਧਿਆਨ 'ਚ ਰੱਖਣੀ ਹੈ ਤੁਸੀਂ। ਦੇਖੋ ਇੱਕ ਕੁਐਸਚਨ ਪੁੱਛਿਆ ਜਾਂਦਾ ਵੀ ਐਜ ਸਟੇਟਸ ਕਿਹਨਾਂ ਨੂੰ ਕਿਹਾ ਜਾਂਦਾ। ਵੈਸੇ ਇਹ UPSC ਦੇ ਪੁੱਛੇ ਹੋਏ ਕੁਐਸਚਨ ਨੇ, ਐਜ ਸਟੇਟ ਕਿਹਨਾਂ ਨੂੰ ਜਾਂ ਫਿਰ ਐਜ ਸਟੇਟਸ ਕਿਹਨਾਂ ਨੂੰ ਕਿਹਾ ਜਾਂਦਾ। ਤਾਂ ਬੱਚੇ ਮੈਨੂੰ ਲੱਗ ਰਿਹਾ ਵੀ ਤੁਹਾਡੇ ਲਈ ਇਹ ਪੁਆਇੰਟ ਨਵੇਂ ਹੋਣਗੇ, ਤਾਂ ਤੁਸੀਂ ਕਾਪੀ ਪੈਨ ਨਾਲ ਲੈ ਕੇ ਬੈਠਣਾ, ਕਿਉਂਕਿ ਉਹਦੇ 'ਚ ਜਿਹੜਾ ਕੁਐਸਚਨ ਆਇਆ ਹੋਇਆ ਸੀ, ਇੱਕ ਵਾਰ ਕਿਸੇ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਹੋਇਆ ਸੀਗਾ, ਉਹਨਾਂ ਦੇ ਵਿੱਚੋਂ 4 ਕੰਟਰੀਜ਼ ਦੇ ਨਾਮ ਸੀਗੇ, ਦੋ ਕੰਟਰੀ ਸੀ, ਇੱਕ ਸਟੇਟ ਸੀ ਇੰਡੀਆ ਦੀ ਹੋਈ ਔਰ ਇੱਕ ਵੈਸੇ ਅੰਪਾਇਰ ਸੀਗਾ। ਤਾਂ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਵਿੱਚੋਂ ਕਿਹੜਾ ਏਰੀਆ ਸੀ ਜਿਹੜਾ ਅਸ਼ੋਕਾ ਦਾ ਅੰਪਾਇਰ ਨਹੀਂ ਸੀਗਾ। ਤਾਂ ਉਹਨਾਂ ਦੇ ਵਿੱਚੋਂ ਅਫਗਾਨਿਸਤਾਨ, ਬਿਹਾਰ, ਸ੍ਰੀਲੰਕਾ ਔਰ ਕਲਿੰਗਾ। ਤਾਂ ਇਹਦੇ ਵਿੱਚੋਂ ਜਿਹੜਾ ਕਰੈਕਟ ਆਪਸ਼ਨ ਸੀ ਉਹ ਸੀਗਾ ਸ੍ਰੀਲੰਕਾ। ਹੁਣ ਕਲੀਅਰ ਹੋ ਗਿਆ ਵੀ ਸ੍ਰੀਲੰਕਾ ਪਾਰਟ ਕਿਹਦਾ ਨਹੀਂ ਸੀਗਾ, ਅਸ਼ੋਕ ਦੇ ਕੰਟਰੋਲ ਦੇ ਵਿੱਚ ਇਹਦੀ ਨਹੀਂ ਸੀਗਾ। ਤੇ ਜਿਹੜਾ ਅਸ਼ੋਕ ਦਾ ਸੈਕਿੰਡ ਇਨਸਕ੍ਰਿਪਸ਼ਨ ਆ, ਠੀਕ ਆ, ਤਾਂ ਉਹਦੇ 'ਚ ਕਲੈਰੀਫਾਈ ਕੀਤਾ ਹੋਇਆ, ਦੂਸਰੇ ਇਨਸਕ੍ਰਿਪਸ਼ਨ ਦੇ ਵਿੱਚ ਕੀ ਕੀਤਾ ਹੋਇਆ, ਕਲੈਰੀਫਾਈ ਕੀਤਾ ਹੋਇਆ ਵੀ ਚੋਲਾ, ਪਾਂਡਿਆਜ਼, ਕੇਰਲਾ ਪੁੱਟਾ, ਤਮਰਾਪਰਨੀ। ਹੁਣ ਆ ਜਿਹੜਾ ਤਮਰਾਪਰਨੀ ਆ ਇਹੀ ਇੱਥੇ ਕੀ ਆ, ਸ੍ਰੀਲੰਕਾ। ਇਹ ਮੌਰੀਅਨ ਰੀਜਨ ਦੇ ਵਿੱਚ ਨਹੀਂ ਸੀਗੇ, ਇਹਨਾਂ ਦਾ ਪਾਰਟ ਇਹ ਚੀਜ਼ਾਂ ਨਹੀਂ ਸੀਗੀਆਂ, ਤਾਂ ਇਹਨਾਂ ਨੂੰ ਕਿਹਾ ਜਾਂਦਾ। ਦੇਖੋ ਬੱਚੇ ਇਹਦੇ 'ਚ 1-2 ਸਟੇਟ ਹੋਰ ਵੀ ਨੇ, ਜਿਵੇਂ ਕਿ ਸਤੀਆਬੁੱਤ ਹੋ ਗਿਆ, ਹੁਣ ਤਾਂ ਚਲੋ ਸਾਰੀਆਂ ਪੂਰੀਆਂ ਹੀ ਹੋ ਗਈਆਂ। ਤਾਂ ਇਹ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਐਜ ਸਟੇਟਸ। ਤਾਂ ਇਹਨਾਂ ਦਾ ਪਤਾ ਕਿੱਥੋਂ ਲੱਗਦਾ, ਜਿਹੜਾ ਇਹਦਾ ਸੈਕਿੰਡ ਇਨਸਕ੍ਰਿਪਸ਼ਨ ਆ ਇਹ ਤੋਂ ਪਤਾ ਲੱਗਦਾ ਵੀ ਜਿਹੜੀਆਂ ਇਹ ਵਾਲੀਆਂ ਸਟੇਟਸ ਨੇ ਇਹਦਾ ਪਾਰਟ ਇਹਨਾਂ ਦਾ ਨਹੀਂ ਹੁੰਦੀਆਂ ਸੀ। ਕਲੀਅਰ ਆ। ਤਾਂ ਹੁਣ ਦੇਖੋ ਤੁਹਾਨੂੰ ਇਹ ਵੀ ਕਲੀਅਰ ਹੋ ਗਿਆ, ਇਹਨਾਂ ਦੀਆਂ ਬੁੱਧਿਸਟ ਕਾਉਂਸਲ ਵੀ ਕਲੀਅਰ ਨੇ। ਸਾਰਨਾਥ ਪਿੱਲਰ ਆ ਜਿਹੜਾ, ਇਹਦੇ ਬਾਰੇ ਵੀ ਫੈਕਟ ਤੁਹਾਨੂੰ ਪਤਾ ਲੱਗ ਗਏ। ਆਹ ਦੇਖੋ ਤੁਸੀਂ, ਜਿਹੜਾ ਆਪਾਂ ਗੱਲ ਕਰੀ ਸੀ ਲੋਇਨਸ ਦੀ, ਤਾਂ ਆਹ ਵਾਲਾ ਉਹ ਜਿਹੜੇ ਆਪਾਂ ਨੂੰ ਕਹਿੰਦੇ ਆ ਉਹਨਾਂ ਨੂੰ ਆਪਣਾ ਨੈਸ਼ਨਲ ਸਾਈਨ ਆ। ਬਾਕੀ ਇਹ ਸਾਂਚੀ ਸਤੂਪ ਆ। ਸਾਰਨਾਥ ਦੇ ਬਾਰੇ, ਇਹ ਕਿੱਥੇ ਆ, ਵਾਰਾਣਸੀ ਦੇ ਵਿੱਚ ਆ। ਤਾਂ 2 ਚੀਜ਼ਾਂ ਦੇ ਕਰਕੇ ਵਾਰਾਣਸੀ ਮਸ਼ਹੂਰ ਆ, ਜਾਂ ਤੁਸੀਂ ਕਹਿ ਸਕਦੇ ਹੋ ਇੱਕ ਤਾਂ ਇੱਥੇ ਅਸ਼ੋਕ ਦੇ ਜਿਹੜੇ ਪਿੱਲਰ ਨੇ ਇਹਨਾਂ ਦੇ ਕਰਕੇ ਫੇਮਸ ਆ, ਔਰ ਦੂਸਰਾ ਫਸਟ ਸਰਮਨ ਹੁੰਦਾ ਜਿੱਥੇ ਮਹਾਤਮਾ ਬੁੱਧ ਨੇ ਪਹਿਲੀ ਵਾਰੀ ਆਪਦਾ ਜਿਹੜਾ ਗਿਆਨ ਪ੍ਰਚਾਰ ਸੀਗਾ ਉਹ ਕੀਤਾ ਸੀ। ਤਾਂ ਇਹ ਉਹ ਵਾਲੀ ਜਗ੍ਹਾ ਗਈ। ਬਾਕੀ ਇਹਨਾਂ ਦੇ ਵਿੱਚ ਇੱਕ ਇਹ ਤੁਹਾਡੇ ਧਿਆਨ ਦੇ ਦੇਣ ਯੋਗ ਆ ਵੀ ਜਿਹੜਾ ਇਹਨਾਂ ਦਾ ਫਸਟ ਸਰਮਨ ਸੀ ਬੁੱਧ ਧਰਮ ਦੇ ਵਿੱਚ, ਉਹਨੂੰ ਕਿਹਾ ਜਾਂਦਾ ਧਰਮ ਚੱਕਰ ਪਰਿਵਰਤਨ ਐਟ ਸਾਰਨਾਥ। ਧਰਮ ਚੱਕਰ ਪਰਿਵਰਤਨ ਵੀ ਆ ਸਕਦਾ, ਕਿਤੇ ਕਨਫਿਊਜ਼ ਹੋ ਜਾਓ ਵੀ ਧਰਮ ਚੱਕਰ ਪਰਿਵਰਤਨ ਕਿਵੇਂ ਆ ਗਿਆ। ਸਾਂਚੀ ਸਤੂਪ ਜਿਹੜੇ ਦੀ ਆਪਾਂ ਪਹਿਲਾਂ ਫੋਟੋ ਦੇਖੀ ਆ, ਤੁਸੀਂ ਨਾਲ ਦੇਖੀ ਸੀ, ਤਾਂ ਉਹ ਯੂਨੈਸਕੋ ਦੇ ਵਿੱਚ ਵੀ ਸ਼ਾਮਲ ਕੀਤਾ ਜਾ ਚੁੱਕਿਆ 1999 ਦੇ ਵਿੱਚ। ਸਾਂਚੀ ਦਾ ਸਤੂਪ ਜਿਹੜਾ ਇਹ ਕਿੱਥੇ ਆ, ਇਹ ਮੱਧ ਪ੍ਰਦੇਸ਼ ਦੇ ਵਿੱਚ ਆ। ਤਾਂ ਇਹਨਾਂ ਨੂੰ ਸਾਰਨਾਥ ਨੂੰ ਹੋਰ ਕਾਫੀ ਨਾਮ ਦੇ ਨਾਲ ਜਾਣਿਆ ਜਾਂਦਾ, ਇਹ ਆਪਣੇ ਇੰਨੇ ਕੰਮ ਦੇ ਹੈ ਨਹੀਂ। ਤਾਂ ਹੁਣ ਆਪਣਾ 5ਵਾਂ ਕੁਐਸਚਨ ਆ ਜਿਹੜਾ, ਤਾਂ ਇਹ ਦੇਖੋ ਬੱਚੇ, ਇਹਦੇ 'ਚ ਬੁਲੰਦੀ ਬਾਗ ਬਾਜ ਐਂਸ਼ੀਅੰਟ ਸਾਈਟ ਆਫ। ਓਕੇ। ਤਾਂ ਇਹਦੇ 'ਚ ਆ ਵੀ ਜਿਹੜੀ ਆਪਣਾ ਬੁਲੰਦੀ ਬਾਗ ਆ, ਤਾਂ ਇਹ ਐਂਸ਼ੀਅੰਟ ਸਾਈਟ ਆਫ। ਤਾਂ ਇਹਦਾ ਕਰੈਕਟ ਆਨਸਰ ਆ ਪਾਟਲੀਪੁੱਤਰ। ਪਾਟਲੀਪੁੱਤਰ ਦੀ ਇਹ ਇੰਪੋਰਟੈਂਟ ਸਾਈਟ ਆ। ਤਾਂ ਹੁਣ ਆਪਾਂ ਇੱਕ ਹੋਰ ਗੱਲ ਕਰਦੇ ਹਾਂ ਇਹਦੇ ਨਾਲ। ਦੇਖੋ, ਦ ਡਿਸਕ੍ਰਿਪਸ਼ਨ ਆਫ ਕੰਸਟਰਕਸ਼ਨ ਆਫ ਇਰੀਗੇਸ਼ਨ ਡੈਮ। ਤਾਂ ਇਹਨਾਂ ਦੇ ਵਿੱਚ ਇੱਕ ਇਹਨਾਂ ਦਾ ਗਵਰਨਰ ਹੁੰਦਾ ਸੀਗਾ ਮੌਰੀਆ ਦੇ ਵਿੱਚ, ਮੌਰੀਆ ਕਾਲ ਦੇ ਵਿੱਚ ਇਹਨਾਂ ਦਾ ਇੱਕ ਹੋਇਆ ਕਰਦਾ ਸੀ ਗਵਰਨਰ। ਹੁਣ ਗਵਰਨਰ ਤਾਂ ਇਹਨਾਂ ਦੇ ਬਹੁਤ ਸੀਗੇ, ਵੀ ਆਪਾਂ ਇਹਦੀ ਗੱਲ ਕਿਉਂ ਕਰ ਰਹੇ ਹਾਂ, ਇਹਦਾ ਨਾਮ ਸੀ ਪੁੱਛਯਗੁਪਤਾ। ਹੁਣ ਇਹਨੇ ਇਹੋ ਜਿਹਾ ਕੀ ਕੀਤਾ
ਤਾਂ ਇਹਨੇ ਬਣਾਏ ਸੀਗੇ ਇਰੀਗੇਸ਼ਨ ਡੈਮ। ਚੱਕੋ ਨਿਕਲਿਆ ਫੈਕਟ, ਇਹਨੇ ਬਣਾਏ ਸੀ ਇਰੀਗੇਸ਼ਨ ਡੈਮ। ਇਹਦੀ ਜਾਣਕਾਰੀ ਸਾਨੂੰ ਕਿੱਥੋਂ ਮਿਲੀ ਆ? ਜੂਨਾਗੜ੍ਹ ਰੌਕ ਇਨਸਕ੍ਰਿਪਸ਼ਨ ਤੋਂ ਸਾਨੂੰ ਇਹਦੀ ਜਾਣਕਾਰੀ ਮਿਲੀ ਆ। ਓਕੇ, ਬਾਕੀ ਚੰਦਰਗੁਪਤ ਮੌਰੀਆ ਦੇ ਬਾਰੇ ਇੱਕ ਪੁਆਇੰਟ ਆਪਾਂ ਹੋਰ ਕਰ ਲੈਂਦੇ ਹਾਂ। ਚੰਦਰਗੁਪਤ ਮੌਰੀਆ, ਹੁਣ ਜਿਹੜਾ ਚੰਦਰਗੁਪਤ ਮੌਰੀਆ ਸੀ ਤਾਂ ਇਹਨੇ ਆਪਣਾ ਇਨਵੇਡਰ ਸੀਗਾ ਇੱਕ, ਜਿਹੜਾ ਸੀਗਾ ਸੈਲਿਕਸ। ਤਾਂ ਇਹਨਾਂ ਨੂੰ ਹਰਾਇਆ ਸੀ 305 BC ਦੇ ਵਿੱਚ। ਕਿਹਨੇ? ਚੰਦਰਗੁਪਤ ਮੌਰੀਆ ਨੇ। ਮੈਕਡੋਨੀਅਨ ਅੰਪਾਇਰ ਦਾ ਸੀਗਾ ਇਹ ਵਾਲਾ ਬੰਦਾ, ਤਾਂ ਇਹਨੂੰ ਹਰਾਇਆ ਸੀ। ਬਾਕੀ ਤੁਸੀਂ ਨੋਟ ਕਰ ਲਿਆ ਹੋਊਗਾ। ਤਾਂ ਇਹ ਨੀਅਰ ਪਟਨਾ ਦੇ ਨੇੜੇ ਜਗ੍ਹਾ ਗਈ ਪਾਟਲੀਪੁੱਤਰ। ਤਾਂ ਓਲਡ ਨਾਮ ਇਹਦਾ ਪਾਟਲੀਪੁੱਤਰ ਆ, ਕਿਉਂਕਿ ਕੁਐਸਚਨ ਦੇ ਵਿੱਚ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਪੁਰਾਣਾ ਨਾਮ ਕਿਸੇ ਵੀ ਚੀਜ਼ ਦਾ ਆ ਸਕਦਾ। ਤਾਂ ਪਾਟਲੀਪੁੱਤਰ ਨੀਅਰ ਪਟਨਾ ਕਿਹਦੇ ਦੁਆਰਾ ਬਣਵਾਇਆ ਗਿਆ? ਚੰਦਰਗੁਪਤ ਮੌਰੀਆ। ਤਾਂ ਚੰਦਰਗੁਪਤ ਮੌਰੀਆ ਕੌਣ ਆ? ਇਹੀ ਫਾਊਂਡਰ ਆ ਮੌਰੀਆ ਡਾਇਨੈਸਟੀ ਜਾਂ ਫਿਰ ਵੰਸ ਅੰਪਾਇਰ ਦੇ। ਇਹ ਕਾਹਦਾ ਬਣਿਆ ਵਾ? ਵੁਡਸ ਦਾ। ਔਰ ਇਹਦਾ ਕਿਹਦੇ ਦੁਆਰਾ ਪਤਾ ਕੀਤਾ ਗਿਆ ਸੀ? DB ਸਪੂਨਰ ਦੇ ਦੁਆਰਾ ਇਹ ਚੀਜ਼ ਦਾ ਜਿਹੜਾ ਪਤਾ ਲਾਇਆ ਗਿਆ ਸੀਗਾ। ਓਕੇ, ਤਾਂ ਦੇਖੋ ਬੱਚੇ, ਇਹ ਜਿਹੜੇ ਕੁਐਸਚਨ ਆਪਾਂ ਡਿਸਕਸ ਕਰ ਰਹੇ ਹਾਂ ਤੁਹਾਡੇ ਨਾਲ, ਇਹ ਵਾਲੇ ਕੁਐਸਚਨ ਤਾਂ ਉਹ ਨੇ ਜਿਹੜੇ ਕਿਸੇ ਐਗਜ਼ਾਮ ਦੇ ਵਿੱਚ ਪਹਿਲਾਂ ਆਲਰੇਡੀ ਆ ਚੁੱਕੇ ਆ। ਓਕੇ, ਪਰ ਇਹ ਤੋਂ ਬਾਅਦ ਜਿਹੜੇ ਆਪਾਂ ਫੈਕਟ ਤੁਹਾਡੇ ਨਾਲ ਕਰ ਰਹੇ ਹਾਂ ਉਹ ਉਹਦੇ ਵਿੱਚੋਂ ਪੋਸੀਬਿਲਿਟੀ ਆ ਵੀ ਹਾਂ ਇਹ ਤੋਂ ਬਾਅਦ ਜਿਹੜਾ ਇਹ ਨੇ ਇਹ ਅੱਗੇ ਕਿਸੇ ਹੋਰ ਐਗਜ਼ਾਮ ਦੇ ਵਿੱਚ ਆ ਸਕਦੇ ਆ। ਤਾਂ ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਫਸਟ ਇੰਡੀਅਨ ਅੰਪਾਇਰ ਵਾਜ ਇਸਟੈਬਲਿਸ਼ਡ ਬਾਏ। ਤਾਂ ਪਹਿਲਾ ਅੰਪਾਇਰ ਕਿਹਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ? ਇਹਦਾ ਕਰੈਕਟ ਆਨਸਰ ਆਪਾਂ ਹੁਣੇ ਕੀਤਾ, ਚੰਦਰਗੁਪਤ ਮੌਰੀਆ। ਠੀਕ ਆ, ਤਾਂ ਚੰਦਰਗੁਪਤ ਮੌਰੀਆ ਸੀਗਾ ਜਿਹੜਾ ਇਹ ਗ੍ਰੇਟੈਸਟ ਐਂਪਰਸ ਦੇ ਵਿੱਚ ਆਉਂਦਾ ਜਿਹੜੇ ਭਾਰਤ ਦੇ ਵਿੱਚ ਰਹੇ ਨੇ। ਓਕੇ, ਬਾਕੀ ਇਹਨੇ ਐਕਸਪੈਂਡ ਕਰ ਲਿਆ ਸੀ ਆਪਣੇ ਅੰਪਾਇਰ ਨੂੰ, ਜਿਹਨੂੰ ਅੱਜ ਅਸੀਂ ਈਰਾਨ ਦੇ ਨਾਮ ਨਾਲ ਜਾਣਦੇ ਹਾਂ। ਤਾਂ ਇਹਨਾਂ ਦਾ ਜਿਹੜਾ ਮੌਰੀਅਨ ਕਾਲ ਸੀਗਾ 321 BC ਟੂ 184 BC। ਓਕੇ, ਤਾਂ ਇਹਨੂੰ ਤੁਸੀਂ ਯਾਦ ਰੱਖਣਾ, ਚੰਦਰਗੁਪਤ ਮੌਰੀਆ ਨੇ ਕੀਤਾ ਸੀ। ਇਸ ਤੋਂ ਬਾਅਦ ਕੁਸ਼ਾਣ ਵੰਸ਼, ਗੁਪਤਾ ਵੰਸ਼ ਐਂਡ ਵਰਧਨ ਵੰਸ਼, ਇਹਨਾਂ ਨੇ ਐਂਸ਼ੀਅੰਟ ਇੰਡੀਆ ਦੇ ਵਿੱਚ ਕਾਫੀ ਜਣਿਆਂ ਨੇ ਇਸ ਤੋਂ ਬਾਅਦ ਇੱਥੇ ਉਹ ਕੀਤਾ ਹੋਇਆ। ਬਾਕੀ ਇੱਕ ਤੁਸੀਂ ਯਾਦ ਰੱਖਣੀ ਆ, ਇੱਕ ਆਈ ਵੀ ਸੀ ਮੁਦਰਾ ਬੁੱਕ ਦਾ ਨਾਮ ਆ ਬੱਚੇ, ਜਿਹੜੀਆਂ ਪੁਰਾਣੀਆਂ ਬੁੱਕਾਂ ਨੇ ਉਹਨਾਂ ਦਾ ਬੁੱਕਸ ਨੇ ਉਹਨਾਂ ਦਾ ਨਾਮ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਮੁਦਰਾ ਰਕਸ, ਤਾਂ ਇਹ ਕਿਹਨੇ ਲਿਖੀ ਸੀ? ਇਹ ਲਿਖੀ ਸੀ ਵਿਸਾਖ ਦੱਤ ਨੇ। ਇਹ ਤਾਂ ਆਈ ਥਿੰਕ PPSC ਨੇ ਹੁਣੇ ਕੁਐਸਚਨ ਕਿਸੇ ਇੱਕ ਐਗਜ਼ਾਮ ਦੇ ਵਿੱਚ ਪੁੱਛਿਆ ਸੀਗਾ। ਤਾਂ ਇਹਦੇ 'ਚ ਇਨਫੋਰਮੇਸ਼ਨ ਕਿਹਦੇ ਬਾਰੇ ਆ? ਚੰਦਰਗੁਪਤ ਮੌਰੀਆ ਦੇ ਬਾਰੇ। ਨਾਲੇ ਤੁਹਾਨੂੰ ਬੁੱਕ ਦਾ ਨਾਮ ਕਲੀਅਰ ਹੋ ਗਿਆ ਔਰ ਨਾਲ ਹੀ ਤੁਹਾਨੂੰ ਇਹਦੇ ਰਾਈਟਰ ਦਾ ਪਤਾ ਲੱਗ ਗਿਆ। ਕਿਹਦੇ ਬਾਰੇ ਆ ਇਹਦੇ ਬਾਰੇ ਵੀ ਤੁਹਾਨੂੰ ਪਤਾ ਲੱਗ ਗਿਆ। ਚਲੋ, ਤੇ ਬਾਕੀ ਵਿਲੀਅਮ ਜੋਨਸ ਦੀ ਆਪਾਂ ਗੱਲ ਕਰ ਲਈ ਸੀ ਪਹਿਲਾਂ। ਓਕੇ, ਬਾਕੀ ਚਾਣਕਿਆ ਬੜਾ ਇੰਪੋਰਟੈਂਟ ਹੈ, ਇਹਦੇ 'ਚ ਚਾਣਕਿਆ ਦਾ ਰੋਲ ਆਉਂਦਾ। ਤਾਂ ਚਾਣਕਿਆ ਦੇ ਬਾਰੇ ਜਿਹੜੇ ਪੁਆਇੰਟ ਆ ਤੁਸੀਂ ਉਹਨਾਂ ਨੂੰ ਵੀ ਧਿਆਨ 'ਚ ਰੱਖਿਓ। ਚਾਣਕਿਆ ਦੇ ਹੋਰ ਨਾਮ ਕਿਹੜੇ ਕਿਹੜੇ ਨੇ? ਇੱਕ ਤਾਂ ਇਹਨੂੰ ਕਿਹਾ ਜਾਂਦਾ ਕੌਟਲਿਆ ਔਰ ਇੱਕ ਨਾਮ ਕਿਹਾ ਜਾਂਦਾ ਵਿਸ਼ਨੂੰ ਗੁਪਤਾ। ਡਨ। ਅਰਥ ਸ਼ਾਸਤਰ ਲਿਖੀ ਸੀ ਉਹ ਵੀ ਕਟੌਲਿਆ ਨੇ ਜਾਂ ਫਿਰ ਵਿਸ਼ਨੂੰ ਗੁਪਤ ਨੇ ਜਾਂ ਫਿਰ ਇਹਨਾਂ ਨੇ ਇਹ ਲਿਖੀ ਸੀਗੀ। ਬਾਕੀ ਇਹ ਪੋਲੀਟੀਕਲ ਤੌਰ 'ਤੇ ਜ਼ਿਆਦਾ ਸੀਗੀ, ਤਾਂ ਕਰਕੇ ਅਸੀਂ ਇਹ ਵਾਲੀ ਅਰਥ ਸ਼ਾਸਤਰ ਨੂੰ ਆਪਣੀ ਇਕੋਨਮੀ ਦਾ, ਇਕਨੋਮਿਕਸ ਦਾ ਉਹ ਨਹੀਂ ਮੰਨਦੇ, ਕਿਉਂਕਿ ਇਹ ਪੋਲੀਟੀਕਲ ਤੌਰ ਦੇ ਉੱਤੇ ਸੀਗੀ। ਤਾਂ ਜਿਹੜੀ ਇਹਨਾਂ ਨੇ ਲਿਖੀ ਸੀ, ਇੱਕ ਹੁੰਦਾ ਤੁਹਾਡਾ ਸਪਤੰਗ ਥਿਊਰੀ, ਸਪਤਅੰਗ ਥਿਊਰੀ। ਠੀਕ ਆ, ਤਾਂ ਜਿਹੜੀ ਸੀਗੀ ਤਾਂ ਇਹ ਵੀ ਇਸੇ ਨੇ ਦਿੱਤੀ ਸੀਗੀ। ਤਾਂ ਇਹਦੇ 'ਚ ਕੀ ਹੁੰਦਾ ਸੀ? 7 ਅੰਗ ਕਹਿ ਲਓ ਤੁਸੀਂ। ਪਹਿਲੇ ਨੰਬਰ 'ਤੇ ਕਿੰਗ, ਇਹਨੂੰ ਕੀ ਕਹਿੰਦੇ ਆ? ਸਵਾਮੀ। ਦੂਸਰਾ, ਮੈਂ ਤੁਹਾਨੂੰ ਸਾਰੇ ਨਹੀਂ ਮੇਨ ਜੇ ਕਰਾ ਦੇਣਾ, ਮਨਿਸਟਰ, ਅਮਤਿਆ।
ਇਹਦਾ ਤੁਸੀਂ ਮਸਤਾਨੀ ਬਾਈ 'ਚ ਦੇਖਿਆ ਹੋਊਗਾ ਜਾਂ ਫਿਰ ਬਾਹੂਬਲੀ ਦੇ ਵਿੱਚ ਵੀ ਦੇਖਿਆ ਹੋਊਗਾ। ਬਜਰੰਗ ਅਮੱਤਿਆ ਕਹਿੰਦੇ ਆ ਉਹਦੇ 'ਚ, ਟੈਰੀਟਰੀ ਨੂੰ ਕਹਿੰਦੇ ਸੀ ਇਹ ਜਨਪਦ, ਔਰ ਫੋਰਟ ਨੂੰ ਕਹਿੰਦੇ ਸੀ ਦੁਰਗ, ਟ੍ਰੀਜ਼ਰੀ ਨੂੰ ਕੋਸਾ, ਆਰਮੀ ਨੂੰ ਡੰਡਾ, ਲਾਈਜ਼ ਨੂੰ ਮਿੱਤਰਾ। ਤਾਂ ਇਹ ਸੀਗਾ ਇਹਨਾਂ ਦਾ ਸਪਤੰਗ ਸੀਗਾ ਜਿਹੜਾ ਉਹ ਕਟੱਲਿਆ ਦੇ ਦੁਆਰਾ ਦਿੱਤਾ ਗਿਆ ਸੀ। ਤਾਂ ਬੱਚੇ ਦੇਖੋ ਇਹ ਇੰਪੋਰਟੈਂਟ ਫੈਕਟ ਨੇ ਜਿਹੜੇ ਇਹਨਾਂ ਦੇ ਵਿੱਚੋਂ, ਕਿਉਂਕਿ ਸਾਰੇ ਅੰਪਾਇਰ ਆਪਣੇ ਲਈ ਇੰਪੋਰਟੈਂਟ ਨਹੀਂ ਹੈਗੇ, ਉਹਨਾਂ ਦੇ ਵਿੱਚੋਂ ਕੁਛ ਕੁ ਨੇ ਜਿਹੜੇ ਪੜ੍ਹਨੇ ਆਪਣੇ ਲਈ ਜ਼ਰੂਰੀ ਨੇ। ਜਿਵੇਂ ਕਿ ਅਸ਼ੋਕ ਦੇ ਬਾਰੇ ਹੋ ਗਿਆ, ਚੰਦਰਗੁਪਤ ਮੌਰੀਆ ਦੇ ਬਾਰੇ ਹੋ ਗਿਆ, ਕੁਛ ਗੱਲਾਂ ਕੌਟਲਿਆ ਦੇ ਬਾਰੇ ਹੋ ਗਈਆਂ, ਜਾਂ ਫਿਰ ਜਿਹੜੀ ਉਹਨਾਂ ਦੀ ਕੋਈ ਬੁੱਕ ਹੋਈ ਜਾਂ ਫਿਰ ਉਹਨਾਂ ਦੀ ਕੋਈ ਥਿਊਰੀ ਸੀ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦੇ ਨਾਮ ਕੀ ਨੇ, ਇਹ ਚੀਜ਼ਾਂ ਇੰਪੋਰਟੈਂਟ ਆ। ਅਤੇ ਬੁੱਧ ਧਰਮ ਦੇ ਬਾਰੇ ਆਪਾਂ ਆਲਰੇਡੀ ਵੀਡੀਓ ਪਾਈ ਹੋਈ ਆ, ਤੁਸੀਂ ਉਹਨੂੰ ਦੇਖ ਲਿਓ, ਆਪਣੇ ਚੈਨਲ ਦੇ ਉੱਤੇ ਪਈ ਆ। ਆਈ ਥਿੰਕ ਆਪਣੀ ਦੂਸਰੀ ਜਾਂ ਤੀਸਰੀ ਜਾਂ ਫਿਰ ਫਸਟ ਵੀਡੀਓ ਉਹੀ ਸੀਗੀ, ਉਹਨਾਂ ਦੇ ਵਿੱਚ ਆ, ਪਹਿਲੀਆਂ 5 ਵੀਡੀਓਜ਼ ਦੇ ਵਿੱਚ ਹੋਣੀ। ਉਹਦੇ 'ਚ ਕਾਫੀ ਆਸਾਨ ਭਾਸ਼ਾ ਦੇ ਨਾਲ ਆਪਾਂ ਬੁੱਧ ਧਰਮ ਨੂੰ ਸਮਝਾਇਆ ਹੋਇਆ, ਤੁਸੀਂ ਉਹਨੂੰ ਦੇਖ ਲਿਓ। ਤਾਂ ਤੁਹਾਡਾ ਕੋਈ ਕੁਐਸਚਨ ਉਹਦੇ ਵਿੱਚੋਂ ਤੇ ਨਹੀਂ ਰਹੂਗਾ, ਕਿਉਂਕਿ ਉਹਦੇ ਵਿੱਚੋਂ ਉਹਦੀਆਂ ਕੌਂਸਲ ਨੇ ਜਿਹੜੀਆਂ ਇੰਪੋਰਟੈਂਟ ਆ, ਕਿਹੜੇ ਨੂੰ ਕੀ ਕਿਹਾ ਗਿਆ, ਧਰਮ ਚੱਕਰ ਪਰਿਵਰਤਨ ਕੀ ਆ ਉਹਦੇ 'ਚ, ਵਿਨਾਸ਼ਕਰਮਣ ਕੀ ਆ, ਔਰ ਬੋਧ ਗਇਆ ਸਥਾਨ ਦੇ ਉੱਤੇ ਕੀ ਹੋਇਆ ਸੀ, ਕਿਹੜੀ ਜਗ੍ਹਾ ਦੇ ਉੱਤੇ ਕੀ ਹੋਈ। ਤਾਂ ਉਹ ਸਾਰੇ ਇੰਪੋਰਟੈਂਟ ਫੈਕਟ ਆਪਾਂ ਉਹਦੇ 'ਚ ਕਲੀਅਰ ਕੀਤੇ ਹੋਏ ਨੇ। ਤਾਂ ਤੁਸੀਂ ਉਹ ਵੀਡੀਓ ਨੂੰ ਜ਼ਰੂਰ ਦੇਖਿਓ, ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ। ਜਿਨ੍ਹਾਂ ਨੂੰ ਵੀਡੀਓ ਦਾ PDF ਚਾਹੀਦਾ ਹੁੰਦਾ ਜਾਂ ਫਿਰ ਕਰੰਟ ਦੇ ਹੋਰ ਨਿਊਜ਼ MCQ ਚਾਹੀਦੇ ਹੁੰਦੇ ਆ, ਉਹ ਬੱਚੇ ਟੈਲੀਗ੍ਰਾਮ ਨੂੰ ਜੁਆਇਨ ਕਰ ਲਿਓ। ਉਹਦੇ ਉੱਤੇ ਡੇਲੀ ਇਹੋ ਜਿਹੇ ਕੁਐਸਚਨ ਹੁੰਦੇ ਆ ਜਿਹੜੇ ਕਰੰਟ ਦੇ ਜਾਂ ਫਿਰ ਕੋਈ ਪੁਰਾਣੇ ਐਗਜ਼ਾਮਸ ਦੇ ਹੁੰਦੇ ਆ, ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਂਦੇ ਆ। ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ, ਉਹਨੂੰ ਵੀ ਤੁਸੀਂ ਜੁਆਇਨ ਕਰ ਲਿਓ। ਤਾਂ ਇਹ ਵਾਲਾ ਕੁਐਸਚਨ। ਇਸ ਤੋਂ ਬਾਅਦ ਦੇਖੋ ਆਹ ਕੁਐਸਚਨ ਆ ਗਿਆ ਆਪਣੇ ਕੋਲ ਅਗਲਾ 7ਵਾਂ ਕੁਐਸਚਨ ਆ। ਤਾਂ ਇਹਨੂੰ ਧਿਆਨ ਦੇ ਨਾਲ ਦੇਖਣਾ ਬੱਚੇ, ਕਿਉਂਕਿ ਵੈਸੇ ਬਣ ਵੀ ਸਕਦਾ, ਨਹੀਂ ਵੀ ਆ ਸਕਦਾ, ਪਰ ਇਹੋ ਜਿਹੇ ਕੁਐਸਚਨ ਤੋਂ ਤੁਹਾਨੂੰ ਜਾਣੂ ਕਰਵਾਉਣਾ ਜ਼ਰੂਰੀ ਆ। ਇਹਦੇ 'ਚ ਤੁਹਾਨੂੰ ਲਿਸਟਾਂ ਹੁੰਦੀਆਂ ਨੇ, ਇੱਕ ਪਾਸੇ ਇੱਧਰ ਕੋਈ ਜਗ੍ਹਾ ਦੇਤੀ, ਉੱਧਰਲੇ ਪਾਸੇ ਉਹਦੀ ਕੈਪੀਟਲ ਦੇਤੀ, ਜਾਂ ਫਿਰ ਇੱਧਰ ਕਿੰਗਡਮ। ਤਾਂ ਐਵੇਂ ਕਰਕੇ ਕਾਫੀ, ਜਾਂ ਫਿਰ ਇੱਧਰ ਕੋਈ ਕਿਸੇ ਰਾਈਟਰ ਦਾ ਨਾਮ, ਉੱਧਰ ਉਹਦੀ ਬੁੱਕ ਦਾ ਨੇਮ ਜਾਂ ਟਾਈਟਲ ਦਾ ਨੇਮ ਦੇਤਾ, ਜਾਂ ਫਿਰ ਉੱਧਰ ਉਹਦੇ ਜਿਹੜਾ ਉਹਨੇ ਟਾਈਟਲ ਲਿਆ ਜਾਂ ਕੋਈ ਉਹਨੂੰ ਅਵਾਰਡ ਦਿੱਤਾ ਗਿਆ। ਤਾਂ ਐਵੇਂ ਦੇ ਕਰਕੇ ਕੁਐਸਚਨ ਨੇ ਜਿਹੜੇ ਤੁਹਾਨੂੰ ਕਾਫੀ ਜ਼ਿਆਦਾ ਬਣਦੇ ਆ। ਤਾਂ ਇਹਦੇ ਵਿੱਚੋਂ ਜਿਹੜਾ ਇਹਨਾਂ ਦਾ ਆਪਾਂ ਗੱਲ ਕਰਨੀ ਆ, ਇੱਕ ਪਾਸੇ ਮਹਾਜਨਪਦ ਨੇ ਔਰ ਦੂਸਰੇ ਪਾਸੇ ਆਪਣੇ ਉਹਨਾਂ ਦੀ ਕੈਪੀਟਲ ਆ। ਤਾਂ ਸਭ ਤੋਂ ਪਹਿਲਾਂ ਦੇਖੋ ਬੱਚੇ, ਇਹਦਾ ਜਿਹੜਾ ਕਰੈਕਟ ਆਨਸਰ ਆ ਉਹ ਹੈਗਾ B। ਤਾਂ ਹੁਣ ਜਿਹੜਾ ਕੁਰੂ ਸੀ, ਕੁਰੂ ਦੀ ਕੈਪੀਟਲ ਕਿਹੜੀ ਆ? ਇੰਦਰਪ੍ਰਸਥ। ਠੀਕ ਆ, B ਇਹਦੇ 'ਚੋਂ ਆ ਗਿਆ ਆਪਣਾ A ਦੇ ਨਾਲ ਆ ਗਿਆ ਆਪਣਾ 4। ਕਲੀਅਰ ਆ। ਤਾਂ ਫਿਰ ਇਹਦੋਂ ਪੰਚਾਲ ਆ ਜਿਹੜਾ, ਇਹਨੂੰ ਤੁਸੀਂ ਛੱਡ ਦਿਓ। ਫਿਰ ਜਿਹੜਾ ਕੁਸਾਲ ਆ ਉਹਦੀ ਹੈਗੀ ਆ ਸਾਕੇਤ। ਤਾਂ ਆਹ ਦੋ ਤਾਂ ਤੁਹਾਨੂੰ ਕਲੀਅਰ ਹੋ ਗਏ। ਜਿਹੜੀ ਬਤਸ ਆ, ਬਤਸ ਦੀ ਹੈਗੀ ਆ ਕੁਸੰਬੀ। ਤਾਂ ਦੇਖੋ ਆਹ ਤੁਹਾਨੂੰ ਜੇ ਨਹੀਂ ਵੀ ਪਤਾ ਸੀ ਪੰਚਾਲ ਦੀ, ਤਾਂ ਆਪਣੇ ਆਪ ਇਹਦੀ ਕੈਪੀਟਲ ਆ ਜਿਹੜੀ ਇਹ ਬਚ ਗਈ। ਤਾਂ ਐਵੇਂ ਦੇ ਕੁਐਸਚਨ ਨੇ ਜਿਹੜੇ ਤੁਹਾਨੂੰ ਇਹ ਵੀ ਦੇਖਣ ਨੂੰ ਮਿਲਣਗੇ। ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਵਿਚ ਵਾਜ ਦਾ ਫਸਟ ਕੈਪੀਟਲ ਆਫ ਮਗਧ। ਹੁਣ ਮਗਧ ਦੀ ਜਿਹੜੀ ਫਸਟ ਕੈਪੀਟਲ ਸੀ ਉਹ ਕਿਹੜੀ ਸੀ? ਵੈਸ਼ਾਲੀ, ਰਾਜਗ੍ਰਹਿ, ਚੰਪਾ ਜਾਂ ਫਿਰ ਪ੍ਰਤਿਸਥਾਨ। ਇਹਨਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਕੈਪੀਟਲ ਸੀ ਬੱਚੇ, ਉਹ ਆਪਾਂ ਇੱਥੇ ਦੱਸਣੀ ਆ ਵੀ ਉਹਨਾਂ ਦੀ ਕੈਪੀਟਲ ਆ ਜਿਹੜੀ ਉਹ ਕਿਹੜੀ ਆ। ਤਾਂ ਇਹਦਾ ਕਰੈਕਟ ਆਨਸਰ ਹੈਗਾ ਰਾਜਗ੍ਰਹਿ। ਜਾਂ ਫਿਰ ਦੇਖੋ ਇਹ ਫਸਟ ਕੈਪੀਟਲ ਸੀ ਮਗਧ ਦੀ, ਔਰ ਇੱਥੇ ਹੀ ਫਸਟ ਬੁੱਧਿਸਟ ਕੌਂਸਲ ਹੋਈ ਆ। ਹਰੇਕ ਫੈਕਟ ਦੇ ਨਾਲ ਤੁਸੀਂ ਉਸੇ ਨੂੰ ਜੋੜਨ ਦੀ ਕੋਸ਼ਿਸ਼ ਕਰਿਆ ਕਰੋ। ਫਸਟ ਬੁੱਧਿਸਟ ਕੌਂਸਲ ਵੀ ਹੋਈ ਸੀ ਇੱਥੇ। ਠੀਕ ਆ, ਬਾਕੀ ਜਿਹੜੇ ਲਾਰਡ ਮਹਾਵੀਰ ਸੀਗੇ ਉਹਨਾਂ ਦਾ ਫਸਟ ਸਰਮਨ ਵੀ ਇੱਥੇ ਸੀਗਾ। ਚਲੋ, ਅਤੇ ਇਹਦੇ 'ਚੋਂ ਬੱਚੇ ਆਪਣਾ ਇੰਨਾ ਕੁ ਤੁਸੀਂ ਕਰ ਲਿਓ ਫੈਕਟ, ਇਹਦਾ ਯਾਦ ਰੱਖ ਲਿਓ, ਕਾਫੀ ਆ ਤੁਹਾਡੇ ਲਈ। ਅਗਲਾ ਕੁਐਸਚਨ ਦੇਖਦੇ ਹਾਂ ਆਪਾਂ। ਬਾਕੀ ਉਹਨਾਂ ਦੇ ਵਿੱਚੋਂ ਆਹ ਤੁਹਾਡੇ ਕੋਲੇ ਲਈ ਕੁਝ ਹੋਰ ਫੈਕਟ ਆ ਬੱਚੇ, ਜਿਵੇਂ ਕਿ 4 ਮਹਾਜਨਪਦ ਸੀਗੇ ਜਿਹੜੇ, ਉਹਦੇ 'ਚ ਇੰਪੋਰਟੈਂਟ ਮਗਧ,
ਕੁਸਾਲ ਅਵੰਤੀ ਐਂਡ ਵਤਸ ਬਰ ਸੁਪਰਮੈਸੀ ਫਰੋਮ ਦਾ ਮਤਲਬ ਕਿ ਸੋ ਇਹਦੇ 6ਵੀਂ ਸਦੀ ਤੋਂ BC ਤੋਂ ਲੈ ਕੇ 4ਥੀ ਸਦੀ BC ਤੱਕ ਮਗਧ ਇਜ਼ ਸਿਟੂਏਟਡ ਇਨ ਦਾ ਮਾਡਰਨ ਬਿਹਾਰ। ਮਗਧ ਕਿੱਥੇ ਅੱਜ ਦੇ ਬਿਹਾਰ ਦੇ ਵਿੱਚ ਆ। ਤਾਂ ਹੋਰ ਇਹਦੇ ਵਿੱਚੋਂ ਪੜ੍ਹਨ ਵਾਲਾ ਕੀ ਆ, ਰੂਲ ਕੀਤਾ ਉੱਥੇ 3 ਡਾਇਨੈਸਟੀਜ਼ ਨੇ, ਹਰਿਅੰਕ ਡਾਇਨੈਸਟੀ, ਸਿਸ਼ੂਨਾਗ ਔਰ ਨੰਦ ਡਾਇਨੈਸਟੀ। ਫਸਟ ਇੰਪੋਰਟੈਂਟ ਕਿਹੜੇ ਸੀਗੇ, ਮਗਧ ਦੇ ਵਿੱਚ ਕਰਨ ਵਾਲੇ ਹਰਿਅੰਕ ਡਾਇਨੈਸਟੀ ਸੀਗੇ ਔਰ ਇਹਨਾਂ ਦੇ ਵਿੱਚ ਬਿੰਬੀਸਾਰ 558 BC ਤੋਂ 491 BC। ਤਾਂ ਆਹ ਕੁਝ ਕੁ ਫੈਕਟ ਨੇ। ਇਹਨਾਂ ਦੀ ਕੈਪੀਟਲ ਸੀ ਰਾਜਗ੍ਰਹਿ, ਜਿਹਦੀ ਆਪਾਂ ਹੁਣ ਗੱਲ ਕਰਕੇ ਹਟੇ ਹਾਂ। ਹੂ ਫਾਊਂਡਡ ਪਾਟਲੀਪੁੱਤਰ। ਤਾਂ ਪਾਟਲੀਪੁੱਤਰ ਕਿਹਦੇ ਦੁਆਰਾ ਬਣਾਈ ਗਈ ਸੀ, ਇਹਦਾ ਕਰੈਕਟ ਆਨਸਰ ਆ ਉਦੈਨ। ਤਾਂ ਇਹ ਕਿਹਦੇ ਦੁਆਰਾ ਬਣਾਈ ਗਈ ਸੀ, ਉਦੈਨ ਦੇ ਦੁਆਰਾ। ਤਾਂ ਬੱਚੇ ਦੇਖੋ ਇਹ ਉਹ ਫੈਕਟ ਆਪਣੇ ਕੁਐਸਚਨ ਸੀਗੇ ਜਿਹੜੇ ਪਹਿਲਾਂ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਆਏ ਹੋਏ ਕੁਐਸਚਨ ਸੀਗੇ। ਤਾਂ ਆਪਾਂ ਤੁਹਾਡੇ ਨਾਲ ਉਹ ਡਿਸਕਸ ਕੀਤੇ ਆ। ਅਜਾਤ ਸ਼ਤਰੂ ਤੋਂ ਬਾਅਦ ਸੀਗਾ ਇਹ ਉਦੈਨ। ਅਜਾਤ ਸ਼ਤਰੂ ਤੋਂ ਬਾਅਦ ਇਹੀ ਸੀਗਾ। ਬਾਕੀ ਇਹਨੇ ਇੱਕ ਫੋਰਟ ਵੀ ਬਣਾਇਆ ਸੀ, ਕੌਨਫਲੂਐਂਸ ਆਫ ਸੋਨ ਐਂਡ ਗੰਗਾ ਰਿਵਰ, ਜਿੱਥੇ ਸੋਨ ਅਤੇ ਗੰਗਾ ਮਿਲਦੀਆਂ ਨੇ ਉੱਥੇ ਇੱਕ ਫੋਰਟ ਵੀ ਸੀਗਾ। ਅਤੇ ਇਹਨੇ ਸ਼ਿਫਟ ਕਰਤੀ ਕੈਪੀਟਲ ਆਫ ਮਗਧ ਅੰਪਾਇਰ ਫਰੋਮ ਰਾਜਗੀਰ ਟੂ ਪਾਟਲੀਪੁੱਤਰ। ਇਹ ਇੱਕ ਸਟਾਰ ਲਾ ਕੇ ਮਾਰਕ ਕਰ ਲਿਓ ਤੁਸੀਂ। ਤਾਂ ਇਹਨੇ ਜਿਹੜਾ ਆਪਾਂ ਪੜ੍ਹਿਆ ਸੀ ਪਿੱਛੇ ਰਾਜਗ੍ਰਹਿ, ਉਹ ਤੋਂ ਕੈਪੀਟਲ ਸ਼ਿਫਟ ਕਰਤੀ ਸੀ ਕਿੱਥੇ, ਪਾਟਲੀਪੁੱਤਰ। ਕਿਹਨੇ ਕੀਤੀ ਸੀ, ਉਦੈਨ ਨੇ। ਬਾਕੀ ਇਹ ਕੈਪੀਟਲ ਰਹੀ ਸੀ ਸਿਸ਼ੂਨਾਗ ਵੰਸ਼ ਦੀ, ਨੰਦ ਵੰਸ਼ ਦੀ ਐਂਡ ਮੌਰੀਆ ਵੰਸ਼ ਦੀ। ਔਰ ਜਿਹੜਾ ਸੀਗਾ ਉਦੈਨ ਸੀਗਾ, ਇਹ ਹਰਿਅੰਕ ਵੰਸ਼ ਦਾ ਸੀਗਾ। ਓਕੇ, ਤਾਂ ਬਸ ਇਹ ਕੁਛ ਕੁ ਗੱਲਾਂ ਸੀ ਬੱਚੇ ਜਿਹੜੀਆਂ ਤੁਸੀਂ ਇਹਨਾਂ ਦੇ ਬਾਰੇ ਧਿਆਨ 'ਚ ਰੱਖਣੀਆਂ ਸੀ। ਬਾਕੀ ਇਹਨਾਂ ਤੋਂ ਬਿਨਾਂ ਕੁਝ ਹੋਰ ਵੀ ਫੈਕਟ ਹੁੰਦੇ ਆ। ਤਾਂ ਫੈਕਟ ਤੁਹਾਡੇ ਲਈ ਕਿਹੜੇ ਇੰਪੋਰਟੈਂਟ ਆ ਬੱਚੇ, ਉਹ ਤੁਹਾਨੂੰ ਕਰਵਾਏ ਜਾ ਰਹੇ ਆ। ਨਹੀਂ, ਫੈਕਟ ਇਹਨਾਂ ਦੇ ਬਾਰੇ ਬਹੁਤ ਨੇ, ਚਾਹੇ ਇੱਕ ਟੌਪਿਕ 'ਤੇ ਇੱਕ ਕਿਸੇ ਵੀ ਇਹਨਾਂ ਦੇ ਵਿੱਚੋਂ ਰਾਜੇ 'ਤੇ ਜਾਂ ਫਿਰ ਕਿਸੇ ਜਗ੍ਹਾ ਦੇ ਉੱਤੇ ਕੀ ਕਹਾਣੀਆਂ, ਉਹਨੂੰ ਲੈ ਕੇ ਆਪਾਂ ਕਿੰਨਾ ਮਰਜ਼ੀ ਉਹਨੂੰ ਲੰਬਾ ਚੌੜਾ ਖਿੱਚ ਕੇ ਕਰ ਲਈਏ। ਪਰ ਜਿਹੜੀ ਚੀਜ਼ ਆਪਣੇ ਲਈ ਇੰਪੋਰਟੈਂਟ ਆ ਆਪਾਂ ਉਹ ਚੀਜ਼ ਨੂੰ ਪ੍ਰੈਫਰੈਂਸ ਦੇਣੀ ਆ ਵੀ ਆਪਣੇ ਕੋਲ ਜਿੰਨਾ ਟਾਈਮ ਆ ਉਹਦਾ ਆਪਾਂ ਪੂਰਾ ਲਾਭ ਲੈ ਸਕੀਏ। ਤਾਂ ਦੇਖੋ ਇਹ ਆਪਾਂ ਤਕਰੀਬਨ 9 ਕੁਐਸਚਨ ਨੇ। ਤਾਂ ਵੀਡੀਓ ਆਈ ਥਿੰਕ ਆਪਣੀ ਅੱਧੇ ਘੰਟੇ ਦੇ ਲਵੇ ਹੋ ਗਈ ਹੋਣੀ ਆ। ਤਾਂ ਬੱਚੇ ਕੁਐਸਚਨ ਤਾਂ ਮੈਂ ਤੁਹਾਨੂੰ ਇਹਦੇ 'ਚ ਹੋਰ ਵੀ ਡਿਸਕਸ ਕਰਾ ਸਕਦਾ ਸੀ। ਤਾਂ ਐਵੇਂ ਇਹਦੇ 'ਚੋਂ ਆਪਾਂ 10 ਕੁਐਸਚਨ ਹੋਰ ਕਰਾਂਗੇ। ਤਾਂ ਇਸ ਤੋਂ ਬਾਅਦ ਆਪਾਂ ਇਹਨੂੰ ਖਤਮ ਕਰਕੇ ਫਿਰ ਜਿਹੜੇ ਇੰਪੋਰਟੈਂਟ ਟੌਪਿਕ ਹੋਰ ਹੋਣਗੇ ਉਹਨਾਂ ਦੇ ਵਿੱਚੋਂ ਵੀ ਬਸ 10 ਤੋਂ 15 ਕੁਐਸਚਨ ਆਪਾਂ ਪੁਰਾਣੇ ਪੇਪਰਾਂ ਦੇ ਲਵਾਂਗੇ। ਉਹਨਾਂ ਦੇ ਵਿੱਚੋਂ ਜਿੰਨੇ ਇੰਪੋਰਟੈਂਟ ਫੈਕਟ ਹੋਣਗੇ, ਤਾਂ ਦੇਖੋ ਤੁਸੀਂ ਕੋਈ ਵੀ ਇੱਕ ਟੌਪਿਕ ਚੱਕੋ, ਅਗਰ ਤੁਸੀਂ ਉਹਦੇ ਕੁਐਸਚਨ ਲਾਓਗੇ ਤਾਂ ਤੁਹਾਨੂੰ ਘੱਟੋ ਘੱਟ 35 50 40 ਕੁਐਸਚਨ ਮਿਲਣਗੇ। ਦੇਖੋ ਬੱਚੇ ਉਹਨਾਂ ਦੇ ਵਿੱਚੋਂ ਕੁਐਸਚਨ ਦਾ ਲੈਵਲ ਦੇਖਿਆ ਜਾਂਦਾ ਵੀ ਕਿਹੜਾ ਕੁਐਸਚਨ ਆਉਣ ਦੇ ਯੋਗ ਹੁੰਦਾ। ਇਹ ਨਹੀਂ ਹੁੰਦਾ ਕੋਈ ਵੀ ਵਨ ਲਾਈਨਰ ਆ ਗਿਆ ਤੁਸੀਂ ਉਹਨੂੰ ਰੱਟੇ ਮਾਰੀ ਜਾਓ ਵੀ ਸਾਨੂੰ ਇਹੋ ਜਿਹੇ ਕੁਐਸਚਨ ਚਾਹੀਦੇ ਆ। ਠੀਕ ਆ। ਬਾਕੀ ਉਜੈਨ ਆ ਜਿਹੜਾ ਇੱਕ, ਜਿਵੇਂ ਹੁਣ ਤੁਹਾਨੂੰ ਕੁਐਸਚਨ ਹੀ ਆ ਗਿਆ ਵੀ ਐਂਸ਼ੀਅੰਟ ਨੇਮ ਆਫ ਉਜੈਨ ਦਾ ਦੱਸੋ। ਤਾਂ ਇਹ ਵੀ ਵੈਸੇ ਦਾ ਕੁਐਸਚਨ ਆਇਆ ਹੋਇਆ ਕਿਸੇ ਐਗਜ਼ਾਮ ਦੇ ਵਿੱਚ ਹੀ ਪੜ੍ਹਿਆ ਸੀ। ਤਾਂ ਉਹਦਾ ਨਾਮ ਸੀ ਅਵੰਤਿਕਾ। ਉਜੈਨ ਮਾਲਵਾ ਰੀਜਨ ਦੇ ਵਿੱਚ ਪੈਂਦਾ, MP ਦੇ ਵਿੱਚ। ਬਾਕੀ ਅਵੰਤੀ ਦੀਆਂ 2 ਕੈਪੀਟਲ ਸੀਗੀਆਂ। ਠੀਕ ਆ, 16 ਮਹਾਜਨਪਦਾਂ ਦੇ ਵਿੱਚੋਂ ਸੀਗੀ ਇੱਕ, ਇਹਨਾਂ ਦੇ ਵਿੱਚੋਂ ਅਵੰਤਿਕਾ ਸੀ। ਤਾਂ ਇਹਦੇ ਬਾਰੇ ਤਾਂ ਚਲੋ ਇਹ ਤਾਂ ਪੁਆਇੰਟ ਇੱਕ ਤੁਹਾਨੂੰ ਮੈਂ ਜੀਕੇ ਦੇ ਪੁਆਇੰਟ ਆਫ ਵਿਊ ਤੋਂ ਹੀ ਦੱਸ ਰਿਹਾ। ਤਾਂ ਇਹ ਨਹੀਂ ਹੁੰਦਾ ਵੀ ਕੋਈ ਵੀ ਕੁਐਸਚਨ ਆ ਗਿਆ ਤੁਹਾਨੂੰ ਤਾਂ ਵੀ ਆਪਾਂ ਹਰੇਕ ਚੀਜ਼ ਨੂੰ ਕਹੀਏ ਵੀ ਹਾਂ ਆਪਾਂ ਇਹੀ ਪੜ੍ਹਨਾ, ਇਹੀ ਪੜ੍ਹੀ ਜਾਣਾ। ਤਾਂ ਇਹ ਉਹ ਚੀਜ਼ ਆਪਣੇ ਲਈ ਇੰਪੋਰਟੈਂਟ ਆ ਬੱਚੇ, ਵੀ ਜਿਹੜੀ ਚੀਜ਼ ਆਪਣੇ ਐਗਜ਼ਾਮ ਨੂੰ ਆਪਾਂ ਜਿਹੜਾ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ ਤਾਂ ਵੀ ਉਹਦੇ ਨੂੰ ਲੈ ਕੇ ਇਹ ਗੱਲ ਪੁੱਛੀ ਜਾ ਸਕਦੀ ਆ ਉਹਦੇ ਵਿੱਚ। ਠੀਕ ਆ। ਤਾਂ ਇਹ ਅੱਜ ਦੇ ਆਪਣੇ ਫੈਕਟ ਸੀਗੇ ਕੁਝ ਕੁ ਜਿਹੜੇ ਆਪਾਂ ਤੁਹਾਡੇ ਨਾਲ ਡਿਸਕਸ ਕੀਤੇ। ਉਮੀਦ ਕਰਦੇ ਹਾਂ ਵੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ। ਤਾਂ ਬੱਚੇ ਦੇਖੋ ਕੋਈ ਇਹ ਤਾਂ ਨਹੀਂ ਹੁੰਦਾ ਵੀ ਹਰ ਚੀਜ਼ ਆਪਣੀ ਰੱਟੀ ਟਰਾਈ ਹੁੰਦੀ ਆ। ਕਈ ਵਾਰ ਕੋਈ ਪੁਆਇੰਟ ਮੌਕੇ 'ਤੇ ਨਹੀਂ ਵੀ ਯਾਦ ਰਹਿੰਦਾ ਤਾਂ ਇੱਕ ਦੋ ਇੱਧਰ ਉੱਧਰ ਕੁਐਸਚਨ ਦੇ ਵਿੱਚ ਹੋ ਜਾਂਦਾ। ਤਾਂ ਜਿੰਨੇ ਕੁ ਉਹ ਕੁਐਸਚਨ ਦੇ ਓਰੀਐਂਟਡ ਹੁੰਦੇ ਆ ਉਨੇ ਦਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤਾਂ ਜਿਹੜੀ ਅਗਲੀ ਵੀਡੀਓ ਹੁੰਦੀ ਆ ਤਾਂ ਉਹਦੇ ਵਿੱਚ ਉਹ ਕਮੀ ਪੂਰੀ ਕਰ ਦਿੱਤੀ ਜਾਂਦੀ ਆ ਵੀ ਹਾਂ ਆਹ ਕੁਐਸਚਨ ਆਪਣਾ ਉਹਦੇ 'ਚ ਪੁਆਇੰਟ ਮਿਸ ਹੋ ਗਿਆ ਸੀ ਅਤੇ ਬੱਚਿਆਂ ਦੇ ਲਈ ਜ਼ਰੂਰੀ ਆ। ਤਾਂ ਅਗਲੇ ਕਲਾਸ ਦੇ ਵਿੱਚ ਉਹ ਤੁਹਾਨੂੰ ਜ਼ਰੂਰ ਕਲੀਅਰ ਕਰਵਾਈ ਜਾਊਗੀ। ਤਾਂ ਜਿਹੜੇ ਇੰਪੋਰਟੈਂਟ ਡੇਜ਼ ਹੁੰਦੇ ਆ ਉਹ ਆਪਾਂ ਸ਼ਾਰਟਸ ਦੇ ਰੂਪ ਦੇ ਵਿੱਚ ਜਾਂ ਫਿਰ ਆਪਣੇ ਟੈਲੀਗ੍ਰਾਮ ਦੇ ਉੱਪਰ ਪੋਸਟ ਕਰਦੇ ਹਾਂ। ਤਾਂ ਉਹਨੂੰ ਵੀ ਤੁਸੀਂ ਜੁਆਇਨ ਕਰਨਾ ਬੱਚੇ, ਤਾਂ ਜੋ ਤੁਸੀਂ ਅਪਡੇਟ ਰਹਿ ਸਕੋ। ਕੋਈ ਵੀ ਆਪਣੇ ਪੰਜਾਬ ਓਰੀਐਂਟਡ ਨਿਊਜ਼ ਹੁੰਦੀ ਆ ਜਾਂ ਫਿਰ ਇੰਪੋਰਟੈਂਟ ਜਿਹੜੀ ਆਪਣੇ ਲੱਗੇ ਵੀ ਐਗਜ਼ਾਮ ਦੇ ਲਈ ਉਹਦੇ ਤੋਂ ਕੁਛ ਬਣ ਸਕਦਾ। ਦੇਖੋ ਜਿਹੜੀ ਤਾਂ ਨਿਊਜ਼ ਹੁਣ ਖਬਰਾਂ ਦੇ ਵਿੱਚ ਚੱਲ ਰਹੀ ਆ ਉਹਨੂੰ ਲੈ ਕੇ ਹਜੇ ਕੋਈ ਵੀ, ਜਿਵੇਂ ਸੁਪਰੀਮ ਕੋਰਟ ਦੇ ਵਿੱਚ ਕੋਈ ਕੇਸ ਆ ਉਹਦੇ 'ਤੇ ਕੋਈ ਜੱਜਮੈਂਟ ਪ੍ਰੋਪਰ ਤਗੜੀ ਆਈ ਨਹੀਂ, ਤਾਂ ਉਹਨਾਂ ਚਿਰ ਉਹਦਾ ਤਾਂ ਆਪਾਂ ਨੂੰ ਕੋਈ ਇੰਨਾ ਫਾਇਦਾ ਨਹੀਂ ਹੁੰਦਾ ਪੜ੍ਹਨ ਦਾ, ਕਿਉਂਕਿ ਰੋਜ਼ ਅਖਬਾਰਾਂ ਨੇ ਤਾਂ ਉਹਦੇ 'ਚ ਉਹੀ ਕੁਛ ਦਿਖਾਈ ਜਾਣਾ ਹੁੰਦਾ, ਲੰਬਾ ਚੌੜਾ ਮਟੀਰੀਅਲ, ਔਰ ਉਹਨਾਂ ਨੂੰ ਮਿਲ ਜਾਂਦਾ। ਜਦੋਂ ਉਹਦੀ ਫਾਈਨਲ ਜੱਜਮੈਂਟ 'ਤੇ ਪਹੁੰਚ ਗਏ ਉਦੋਂ ਆਪਾਂ ਐਗਜ਼ਾਮ ਦੇ ਲਈ ਉਹਦੇ 'ਚੋਂ ਚੀਜ਼ ਕੱਢਣੀ ਹੁੰਦੀ ਆ ਵੀ ਹਾਂ
ਕਿੰਨੇ ਦਾ ਕੇਸ ਆ, ਕੀ ਗੱਲਬਾਤ ਆ, ਕੀ ਟਾਈਮ ਲਾਈਨ ਆ, ਕੀ ਇਹਦਾ ਐਂਡ ਤੇ ਕਨਕਲੂਜਨ ਨਿਕਲਿਆ। ਤਾਂ ਉਹ ਚੀਜ਼ ਹੁੰਦੀ ਆਪਣੀ ਇੰਪੋਰਟੈਂਟ। ਤਾਂ ਹੁਣ ਇਹਦੇ ਲਈ ਆਪਾਂ ਇੰਨੀਆਂ ਚੀਜ਼ਾਂ ਕੀਤੀਆਂ ਨੇ, ਉਮੀਦ ਕਰਦਾ ਤੁਹਾਨੂੰ ਕਲੀਅਰ ਹੋਣਗੀਆਂ। ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।